सत श्री अकाल जी बेटा सारिਆਂ ਨੂੰ ਵੈਲਕਮ ਟੂ ਆਲ ਆਫ ਯੂ ਬੇਟੇ ਅੱਜ ਆਪਾਂ ਜਿਹੜਾ ਹੈ ਇੱਕ ਉਹ ਤੁਹਾਡੀਆਂ ਜੋ ਪੰਜਾਬ ਪੁਲਿਸ ਔਰ PSSB ਦੇ ਜੋ ਐਗਜ਼ਾਮਸ ਆਏ ਹੋਏ ਨੇ ਜਿਨ੍ਹਾਂ ਐਗਜ਼ਾਮਸ ਦੇ ਜਿਹੜੇ ਨੇ ਉਹ ਰੀਸੈਂਟਲੀ ਪੇਪਰ ਹੋਣ ਜਾ ਰਹੇ ਨੇ ਉਹਨਾਂ ਦੇ ਲਈ ਜਿਹੜੀ ਜਨਰਲ ਸਟੱਡੀ ਵਾਲਾ ਸੈਕਸ਼ਨ ਹੈ ਉਹ ਸਟਾਰਟ ਕਰਨ ਜਾ ਰਹੇ ਹਾਂ ਐਂਡ ਬਹੁਤ ਹੀ ਜਲਦੀ ਜਿਹੜਾ ਹੈ ਤੁਹਾਡੇ ਲਈ ਮੈਥ ਔਰ ਰੀਜ਼ਨਿੰਗ ਦੀਆਂ ਬਿਲਕੁਲ ਫ੍ਰੀ ਕਲਾਸਿਸ ਜਿਹੜੀਆਂ ਨੇ ਉਹ ਲਿਮਿਟਲੈਸ ਲਰਨਿੰਗ ਪ੍ਰੋਵਾਈਡ ਕਰਨ ਜਾ ਰਿਹਾ ਹੈ। ਸੋ ਜੁੜੇ ਰਹੋ ਲਿਮਿਟਲੈਸ ਲਰਨਿੰਗ ਦੇ ਨਾਲ ਤਾਂ ਜੋ ਤੁਹਾਡੀ ਜਿਹੜੀ ਸਕਸੈਸ ਹੈ ਉਹ ਬਿਲਕੁਲ 100% ਜਿਹੜੀ ਸਿਕਿਉਰ ਹੋ ਸਕੇ। ਰਾਈਟ ਬੇਟਾ, ज़्यादा ਤੋਂ ज़्यादा ਜਿਹੜਾ ਹੈ ਬੱਚੇ ਤੁਸੀਂ ਆਪਣੇ ਸਾਥੀਆਂ ਦੇ ਨਾਲ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ज़्यादा ਤੋਂ ज़्यादा ਬੱਚੇ ਜਿਹੜੇ ਨੇ ਉਹ ਇਸ ਦਾ ਜਿਹੜਾ ਬੈਨੀਫਿਟ ਲੈ ਸਕਣ। ਅੱਜ ਆਪਾਂ ਬੇਟੇ ਇੰਡੀਅਨ ਪੋਲਿਟੀ ਦਾ ਜਿਹੜਾ ਹੈ ਉਹ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲੀ ਕਲਾਸ ਹੋਏਗੀ ਇਹਦੇ ਵਿੱਚ ਤੁਹਾਡੇ ਕੋਲ ਜਿਹੜੀ ਉਹ ਪੂਰੀ ਇੰਡੀਅਨ ਪੋਲੀਟੀਕਲ ਸਿਸਟਮ ਜਿਹੜਾ ਹੈ ਉਹ ਸਾਰੇ ਦਾ ਸਾਰਾ ਆਪਾਂ ਡਿਸਕਸ ਕਰਾਂਗੇ ਇੱਥੇ ਇਹਨਾਂ ਕਲਾਸਾਂ ਦੇ ਵਿੱਚ। ਅੱਜ ਵਾਲਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਜੀ ਕੌਂਸਟੀਟਿਊਟ ਅਸੈਂਬਲੀ। ਸਭ ਤੋਂ ਪਹਿਲਾ ਟੌਪਿਕ ਹੈ ਬੇਟਾ ਤੁਹਾਡਾ ਇਹਦੇ ਵਿੱਚ ਜਿਹੜਾ ਹੈ ਕਿ ਕੌਂਸਟੀਟਿਊਟ ਜਿਹੜਾ ਹੈ ਸਾਡਾ ਉਹ ਕਿਸ ਨੇ ਬਣਾਇਆ। ਰਾਈਟ, ਕੌਂਸਟੀਟਿਊਟ ਅਸੈਂਬਲੀ ਦਾ ਸਟਰਕਚਰ ਕੀ ਸੀਗਾ। ਕਾਫੀ ਸਾਰੇ ਕੁਐਸਚਨ ਜਿਹੜੇ ਨੇ ਨਾ ਇੱਥੋਂ ਇਸ ਪਾਰਟ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ। ਸੋ ਦੈਟਸ ਵਾਈ ਕਿ ਆਪਾਂ ਇਹਨੂੰ ਇੱਥੇ ਅੱਜ ਆਪਾਂ ਉਹ ਡਿਸਕਸ ਕਰਾਂਗੇ ਸਾਰੇ ਦੇ ਸਾਰੇ ਪੋਰਸ਼ਨ ਨੂੰ। ਸੋ ਸਭ ਤੋਂ ਪਹਿਲੀ ਚੀਜ਼ ਹੈ ਬੇਟੇ ਕਿ ਜਿਹੜਾ ਸਾਡਾ ਕੌਂਸਟੀਟਿਊਸ਼ਨ ਹੈ ਇੰਡੀਆ ਦਾ, ਇਹ ਕੌਂਸਟੀਟਿਊਸ਼ਨ ਜਿਹੜਾ ਉਹ ਕਿਸ ਨੇ ਬਣਾਇਆ ਹੈ। ਕੋਈ ਬੋਡੀ ਸੀ, ਕੋਈ ਪਰਸਨ ਸੀ ਜਾਂ ਕੌਣ ਸੀ ਜਿਨ੍ਹਾਂ ਨੇ ਉਹ ਕੌਂਸਟੀਟਿਊਸ਼ਨ ਬਣਾਇਆ। ਤਾਂ ਸਭ ਤੋਂ ਪਹਿਲੇ ਸਵਾਲ ਜਿਹੜੇ ਨੇ ਇੱਥੋਂ ਹੀ ਆਉਂਦੇ ਨੇ। ਤਾਂ ਇੰਡੀਆ ਦਾ ਕੌਂਸਟੀਟਿਊਸ਼ਨ ਬੇਟੇ ਬਣਾਇਆ ਗਿਆ ਹੈ ਕੌਂਸਟੀਟਿਊਟ ਅਸੈਂਬਲੀ ਦੇ ਦੁਆਰਾ। ਕੌਂਸਟੀਟਿਊਟ ਅਸੈਂਬਲੀ ਇੱਕ ਉਹ ਬੋਡੀ ਸੀਗੀ ਜਿਸ ਦੇ ਮੈਂਬਰਾਂ ਨੇ ਮਿਲ ਕੇ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ। ਇਹ ਵਾਲੀ ਬੋਡੀ ਬੇਟਾ ਨਵੰਬਰ 1946 ਦੇ ਵਿੱਚ ਬਣਾਈ ਗਈ ਸੀ ਬ੍ਰਿਟਿਸ਼ ਗਵਰਨਮੈਂਟ ਦੇ ਵੱਲੋਂ। ਔਰ ਜਿਹੜਾ ਮਿਸ਼ਨ ਜਿਸ ਦੇ ਤਹਿਤ ਇਹ ਕੌਂਸਟੀਟਿਊਟ ਅਸੈਂਬਲੀ ਜਿਹੜੀ ਆਪਣੀ ਹੈ ਉਹ ਸੈਟਅਪ ਕੀਤੀ ਗਈ ਹੈ, ਉਹ ਵਾਲਾ ਮਿਸ਼ਨ ਦਾ ਨੇਮ ਸੀਗਾ ਕੈਬਨਿਟ ਮਿਸ਼ਨ ਪਲਾਨ। ਇਹ ਜਿਹੜਾ ਕੁਐਸਚਨ ਹੈ ਤੁਹਾਨੂੰ ਆਉਂਦਾ ਹੈ, ਬਹੁਤ ਵਾਰ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕੌਂਸਟੀਟਿਊਟ ਅਸੈਂਬਲੀ ਜਿਹੜੀ ਹੈ ਉਹ ਕਿਸ ਮਿਸ਼ਨ ਦੇ ਤਹਿਤ ਬਣਾਈ ਗਈ ਸੀਗੀ। ਤਾਂ ਉਸ ਦਾ ਆਨਸਰ ਕੀ ਰਹੇਗਾ, ਕੈਬਨਿਟ ਮਿਸ਼ਨ ਪਲਾਨ। ਨੈਕਸਟ ਫਿਰ ਜਿਹੜੀ ਆ ਜਾਂਦੀ ਹੈ ਕਿ ਇਸ ਸਾਡੀ ਕੌਂਸਟੀਟਿਊਟ ਅਸੈਂਬਲੀ ਜੋ ਸੀਗੇ ਉਸ ਦੇ ਟੋਟਲ ਮੈਂਬਰ ਜਿਹੜੇ ਨੇ ਉਹਨਾਂ ਦੀ ਗਿਣਤੀ ਕਿੰਨੀ ਸੀ। ਸੋ ਦੇਰ ਆਰ 389 ਮੈਂਬਰ। ਇਹਨਾਂ ਨੂੰ ਅੱਗੇ ਫਰਦਰ ਡਿਵਾਈਡ ਕੀਤਾ ਗਿਆ ਸੀ। 296 ਮੈਂਬਰ ਬੇਟਾ ਜਿਹੜੇ ਉਹ ਸੀਗੇ ਜਿਹੜੇ ਕਿ ਬ੍ਰਿਟਿਸ਼ ਇੰਡੀਆ ਦੇ ਵਿੱਚੋਂ ਆਏ ਸੀਗੇ ਔਰ 93 ਸੀਟ ਜਿਹੜੀਆਂ ਨੇ ਨਾ ਉਹ ਦਿੱਤੀਆਂ ਗਈਆਂ ਸੀਗੀਆਂ ਪ੍ਰਿੰਸਲੀ ਸਟੇਟਸ ਨੂੰ। ਪ੍ਰਿੰਸਲੀ ਸਟੇਟ ਜਿਨ੍ਹਾਂ ਨੂੰ ਅਸੀਂ ਰਜਵਾੜੇ ਰਿਆਸਤਾਂ ਵੀ ਬੋਲਦੇ ਹਾਂ, ਲਾਈਕ ਪਟਿਆਲਾ, ਨਾਭਾ ਜੀ ਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਫੀ ਸਾਰੀਆਂ ਰਿਆਸਤਾਂ ਸੀਗੀਆਂ ਪ੍ਰਿੰਸਲੀ ਸਟੇਟਸ, ਉਹ 93 ਸੀਟਸ ਉਹਨਾਂ ਨੂੰ ਦਿੱਤੀਆਂ ਗਈਆਂ ਸੀ। ਔਰ ਇਹ 93 ਦੀਆਂ 93 ਸੀਟ ਜਿਹੜੀਆਂ ਨੇ ਉਹਦੇ ਵਿੱਚੋਂ ਮੈਕਸੀਮਮ ਸੀਟਸ ਖਾਲੀ ਰਹਿ ਗਈਆਂ ਸੀ ਕਿਉਂਕਿ ਪ੍ਰਿੰਸਲੀ ਸਟੇਟਸ ਜਿਹੜੀਆਂ ਸੀਗੀਆਂ ਉਹਨਾਂ ਨੇ ਕੌਂਸਟੀਟਿਊਟ ਅਸੈਂਬਲੀ ਨੂੰ ਐਕਸੈਪਟ ਨਹੀਂ ਸੀ ਕੀਤਾ। ਰਾਈਟ ਬੇਟਾ, ਸੋ ਇਹ ਜਿਹੜੀ ਸਟਰੈਂਥ ਨੂੰ ਯਾਦ ਰੱਖਣਾ ਹੈ 389 ਮੈਂਬਰਸ ਵਾਲਾ। ਉਸ ਤੋਂ ਬਾਅਦ ਨੈਕਸਟ ਅੱਗੇ ਕੁਐਸਚਨ ਜਿਹੜੇ ਬਣਦੇ ਨੇ ਤੁਹਾਡੇ ਕੌਂਸਟੀਟਿਊਟ ਅਸੈਂਬਲੀ ਦੇ। ਦੇਖੋ ਇੱਥੇ ਆਪਾਂ ਸਿਰਫ ਉਹੀ ਚੀਜ਼ ਬੇਟੇ ਤੁਸੀਂ ਡਿਸਕਸ ਕਰੋਗੇ ਜੋ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ। ਇਹ ਨਹੀਂ ਕਿ ਸ਼ੁਰੂ ਤੋਂ ਕਰਾਂਗੇ ABC ਤੋਂ ਲੈ ਕੇ Z ਤੱਕ ਹਰ ਇੱਕ ਚੀਜ਼ ਪੜ੍ਹਾਂਗੇ। ਦੇਖੋ ਤੁਹਾਨੂੰ YouTube 'ਤੇ ਨਾ ਬਹੁਤ ਸਾਰੇ ਮਿਲ ਜਾਣਗੇ ਜਿਹੜੇ ਕਿਤੇੋਂ ਵੀ ਕੋਈ ਬੁੱਕ ਫੜ ਕੇ ਪੜ੍ਹਾਉਣਾ ਸ਼ੁਰੂ ਕਰਨਗੇ ਔਰ ਸਾਰਾ ਕੁਝ ਦੱਸੀ ਜਾ ਰਹਿਣਗੇ। ਲੇਕਿਨ ਬੇਟੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇਹ ਜ਼ਿਆਦਾ ਜ਼ਰੂਰੀ ਹੈ ਕਿ ਕੀ ਛੱਡਣਾ ਹੈ। ਪੜ੍ਹਨਾ ਤਾਂ ਸਾਰੇ ਦੱਸੀ ਜਾਣਗੇ, ਇਹ ਵੀ ਪੜ੍ਹੋ, ਇਹ ਵੀ ਪੜ੍ਹੋ ਜੀ, ਇਹ ਵੀ ਪੜ੍ਹ ਲਓ ਬੇਟਾ, ਬਟ ਦ ਥਿੰਗ ਇਜ਼ ਦਿਸ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਛੱਡਣਾ ਕੀ ਹੈ। ਸਮਾਰਟ ਵਰਕ ਕਰਨਾ ਹੈ, ਹਾਰਡ ਵਰਕ ਨਹੀਂ ਕਰਨਾ, ਕਿਉਂਕਿ ਹੁਣ ਸਮਾਰਟ ਵਰਕ ਦਾ ਜ਼ਮਾਨਾ ਆ ਚੁੱਕਾ ਹੈ, ਹਾਰਡ ਵਰਕ ਵਾਲਾ ਨਹੀਂ। ਹਾਰਡ ਵਰਕ ਵਾਲੇ ਵਿਚਾਰੇ ਫਿਰ ਉਹ ਜਿਹੜੇ ਨੇ ਉਹ ਉਸੇ ਚੱਕਰਾਂ ਦੇ ਵਿੱਚ ਹੀ ਫਸੇ ਰਹਿ ਜਾਂਦੇ ਨੇ, ਜਦ ਕਿ ਸਕਸੈਸ ਲੈ ਕੇ ਆਉਣ ਦੇ ਲਈ ਤੁਹਾਨੂੰ ਹਾਰਡ ਵਰਕ ਦੀ ਬਜਾਏ ਸਮਾਰਟ ਵਰਕ ਕਰਨਾ ਚਾਹੀਦਾ। ਸੋ ਡੂ ਯੂਰ ਸਮਾਰਟ ਵਰਕ। ਰਾਈਟ, ਤਾਂ ਆਪਾਂ ਉਹੀ ਪੁਆਇੰਟਸ ਡਿਸਕਸ ਕਰਾਂਗੇ ਜਾਂ ਓਨਾ ਹੀ ਪੜ੍ਹਾਂਗੇ ਜਿੰਨਾ ਸਾਡੇ ਲਈ ਜ਼ਰੂਰੀ ਹੈ। ਆਪਾਂ PhD ਨਹੀਂ ਕਰਨੀ, ਅਸੀਂ ਜੋਬ ਲੈਣੀ ਹੈ। ਰਾਈਟ, ਸੋ ਨੈਕਸਟ ਜਿਹੜੇ ਕੁਐਸਚਨਸ ਤੁਹਾਡੇ ਕੋਲੋਂ ਬੇਟਾ ਜਿਹੜੇ ਨਿਕਲ ਕੇ ਆਉਂਦੇ ਨੇ ਕਿ ਜਿਹੜੀ ਅਸੈਂਬਲੀ ਜਿਹੜੀ ਹੈ ਫਸਟ ਮੀਟ ਹੁੰਦੀ ਹੈ, ਦੇਖੋ ਇਹਨਾਂ ਦੀ 9 ਦਸੰਬਰ 1946 ਨੂੰ ਬੇਟੇ, ਔਰ 2 ਸਾਲ 11 ਮਹੀਨੇ ਔਰ 18 ਦਿਨ ਦਾ ਸਮਾਂ ਲੱਗਾ ਹੈ। ਜਸਟ ਇੱਕ ਇਨਫੋਰਮੇਸ਼ਨ ਹੈ, ਇੱਥੋਂ ਕੁਐਸਚਨ ਬਹੁਤ ਘੱਟ ਨਿਕਲ ਕੇ ਆਉਂਦੇ ਨੇ। ਕੁਐਸਚਨ ਬਣਦੇ ਨੇ ਦੋ ਤੁਹਾਡੇ ਕੋਲੋਂ ਇੱਥੇ। ਇੱਕ ਤਾਂ ਬਣੇਗਾ ਬੇਟੇ ਟੈਂਪਰੇਰੀ ਹੈੱਡ ਕੌਣ ਸੀਗੇ, ਪਹਿਲੇ ਟੈਂਪਰੇਰੀ ਹੈੱਡ ਕੌਂਸਟੀਟਿਊਟ ਅਸੈਂਬਲੀ ਦੇ। ਦੂਸਰਾ ਕੁਐਸਚਨ ਆਉਂਦਾ ਹੈ ਪਰਮਾਨੈਂਟ ਜਿਹੜੇ ਨੇ ਪ੍ਰੈਜ਼ੀਡੈਂਟ ਸੀਗੇ ਕੌਂਸਟੀਟਿਊਟ ਅਸੈਂਬਲੀ ਦੇ ਉਹ ਕੌਣ ਸੀਗੇ। ਤਾਂ ਇਹਨਾਂ ਤੋਂ ਕੁਐਸਚਨ ਆਉਂਦੇ ਨੇ। ਤਾਂ ਫਸਟ ਟੈਂਪਰੇਰੀ ਹੈੱਡ ਦੀ ਜਿਹਨੂੰ ਬੇਟਾ ਤੁਸੀਂ ਗੱਲ ਕਰਦੇ ਹੋ ਤਾਂ ਉਹ ਸੀਗੇ ਡਾਕਟਰ ਸਚਿਦਾਨੰਦ ਸਿਨਹਾ ਜੀ, ਜਿਹੜੇ ਕਿ ਪਹਿਲੇ ਟੈਂਪਰੇਰੀ ਹੈੱਡ ਸੀਗੇ ਔਰ ਫਿਰ ਇਹਨਾਂ ਨੇ ਅੱਗੇ ਇਲੈਕਸ਼ਨ ਕਰਵਾਏ ਸੀਗੇ। ਔਰ ਉਸ ਤੋਂ ਬਾਅਦ ਜਿਹੜੇ ਫਸਟ ਪਰਮਾਨੈਂਟ ਹੈੱਡ ਜਿਹੜੇ ਨੇ ਜਿਹੜੇ ਅੱਗੇ ਚੱਲ ਕੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣਦੇ ਨੇ ਡਾਕਟਰ ਰਾਜਿੰਦਰ ਪ੍ਰਸਾਦ। ਦੇਖੋ ਸਚਿਦਾਨੰਦ ਸਿਨਹਾ ਜੀ ਨੂੰ ਇੱਥੇ ਟੈਂਪਰੇਰੀ ਹੈੱਡ ਕਿਉਂ ਬਣਾਇਆ ਗਿਆ। ਇੱਕ ਨਾ ਬ੍ਰਿਟੇਨ ਦੀ ਪਾਰਲੀਮੈਂਟ ਦੀ ਉਹ ਪ੍ਰਥਾ ਹੈ ਕਿ ਜਦੋਂ ਵੀ ਫਸਟ ਮੀਟਿੰਗ ਹੁੰਦੀ ਹੈ ਤਾਂ ਹਾਊਸ ਦੀ ਮੀਟਿੰਗ ਨੂੰ ਪ੍ਰਜ਼ਾਈਡ ਕਰਨ ਦੇ ਲਈ ਕੋਈ ਆਫੀਸਰ ਚਾਹੀਦਾ ਹੈ ਨਾ, ਪ੍ਰਜ਼ਾਈਡਿੰਗ ਆਫੀਸਰ। ਤਾਂ ਜਿਹੜਾ ਵੀ ਹਾਊਸ ਦੇ ਵਿੱਚ ਸਭ ਤੋਂ ਸੀਨੀਅਰ ਮੋਸਟ ਹੁੰਦਾ ਹੈ ਏਜ ਵਾਈਜ਼,
ਏਜ ਵਾਈਜ਼ ਜਿਹੜਾ ਵੀ ਸਭ ਤੋਂ ਸੀਨੀਅਰ ਮੋਸਟ ਹੁੰਦਾ ਹੈ ਤਾਂ ਮੀਟਿੰਗ ਨੂੰ ਉਹ ਪ੍ਰਜ਼ਾਈਡ ਕਰਦਾ ਹੈ। ਸੋ ਬਿਲਕੁਲ ਉਸੇ ਤਰੀਕੇ ਦੇ ਨਾਲ ਇੱਥੇ ਸਚਿਦਾਨੰਦ ਜੀ ਸਿਨਹਾ ਜਿਹੜੇ ਸੀਗੇ ਉਹ ਸਭ ਤੋਂ ਜ਼ਿਆਦਾ ਸੀਨੀਅਰ ਸੀਗੇ ਏਜ ਵਾਈਜ਼, ਤਾਂ ਉਹਨਾਂ ਨੂੰ ਪ੍ਰਜ਼ਾਈਡਿੰਗ ਅਫਸਰ ਬਣਾਇਆ ਗਿਆ। ਪਹਿਲਾ ਟੈਂਪਰੇਰੀ ਹੈੱਡ, ਉਹਨਾਂ ਨੇ ਫਿਰ ਹੈੱਡ ਦੀਆਂ ਇਲੈਕਸ਼ਨਸ ਕਰਵਾਈਆਂ ਕਿ ਜਿਹੜੀ ਸਾਡੀ ਕੌਂਸਟੀਟਿਊਟ ਅਸੈਂਬਲੀ ਉਹਦਾ ਹੈੱਡ ਕੌਣ ਹੋਏਗਾ। ਉਹਨਾਂ ਇਲੈਕਸ਼ਨਸ ਦੇ ਵਿੱਚ ਜਿਹੜੇ ਨੇ ਡਾਕਟਰ ਰਾਜਿੰਦਰ ਪ੍ਰਸਾਦ ਜੀ ਜਿੱਤ ਜਾਂਦੇ ਨੇ, ਫਿਰ ਉਹਨਾਂ ਨੂੰ ਜਿਹੜਾ ਹੈ ਇਹਦਾ ਜਿਹੜਾ ਪਰਮਾਨੈਂਟ ਹੈੱਡ ਜਿਹੜਾ ਉਹ ਬਣਾ ਦਿੱਤਾ ਜਾਂਦਾ ਹੈ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ। ਤਾਂ 2 ਕੁਐਸਚਨ ਬੇਟੇ ਇੱਥੋਂ ਤੁਹਾਡੇ ਹੋ ਜਾਂਦੇ ਨੇ, ਟੈਂਪਰੇਰੀ ਹੈੱਡ ਦੇ ਕੁਐਸਚਨ ਨੂੰ ਲੈ ਕੇ ਔਰ ਪਰਮਾਨੈਂਟ ਹੈੱਡ ਦੇ ਕੁਐਸਚਨ ਨੂੰ ਲੈ ਕੇ ਇੱਥੋਂ ਸਵਾਲ ਤੁਹਾਨੂੰ ਜਿਹੜਾ ਉਹ ਬਣਦਾ ਹੈ। ਨੈਕਸਟ ਅੱਗੇ ਦੇਖਦੇ ਹਾਂ ਜੀ, ਕੌਂਸਟੀਟਿਊਟ ਅਸੈਂਬਲੀ ਦੇ ਜਿਹੜੇ ਨੇ ਲੀਗਲ ਐਡਵਾਈਜ਼ਰ ਕਹਿ ਲਵੋ ਜਾਂ ਕੌਂਸਟੀਟਿਊਸ਼ਨਲ ਐਡਵਾਈਜ਼ਰ ਕਹਿ ਲਓ, ਉਹ ਸੀਗੇ ਸਰ BN ਰਾਓ। ਸਮ ਟਾਈਮ ਐਗਜ਼ਾਮਸ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਚੀਜ਼ ਆਉਂਦੀ ਹੈ, ਜਿਹੜੀਆਂ ਸੀਟਸ ਸੀਗੀਆਂ ਇਹ ਕਿਸ ਤਰੀਕੇ ਨਾਲ ਵੰਡੀਆਂ ਗਈਆਂ ਸੀ। ਤਾਂ ਬੇਟਾ ਇਹ ਸੀਟਸ ਵੰਡੀਆਂ ਗਈਆਂ ਨੇ, ਇਹਨਾਂ ਦੀ ਰੇਸ਼ੋ ਸੀਗੀ 1 to a million, ਮਤਲਬ 10 ਲੱਖ ਦੇ ਉੱਪਰ ਜਿਹੜੀ ਹੈ ਉਹ ਇੱਕ ਸੀਟ ਦਿੱਤੀ ਗਈ ਸੀਗੀ। ਠੀਕ ਹੈ, ਅਗਰ ਸਪੋਜ਼ ਕਰ ਲਓ ਕੋਈ ਸਟੇਟ ਹੈ, ਉਸ ਸਟੇਟ ਦੀ ਜਿਹੜੀ ਹੈ ਨਾ ਉਹ ਹੈ ਜੀ 20 ਲੱਖ ਦੀ ਪਾਪੂਲੇਸ਼ਨ ਹੈ, ਤਾਂ ਉਸਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ 2, ਰਾਈਟ। ਔਰ ਅਗਰ ਕਿਸੇ ਦੀ 40 ਲੱਖ ਦੀ ਪਾਪੂਲੇਸ਼ਨ ਹੈ ਤਾਂ ਉਸਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣਗੀਆਂ 4। ਠੀਕ ਹੈ ਜੀ, ਇਸ ਤਰੀਕੇ ਨਾਲ ਮਤਲਬ ਜਿਹੜਾ ਹੈ ਉਹ ਪੂਰਾ ਡਿਵੀਜ਼ਨ ਕੀਤੀ ਗਈ ਸੀ ਸੀਟਸ ਦੀ। ਇਹਦੇ ਇਲੈਕਸ਼ਨ ਕਿੱਦਾਂ ਨੇ? ਇਲੈਕਸ਼ਨ ਡਾਇਰੈਕਟ ਇਲੈਕਸ਼ਨ ਨਹੀਂ ਗੇ ਬੇਟਾ, ਇਹ ਇਨਡਾਇਰੈਕਟ ਇਲੈਕਸ਼ਨ ਸੀਗੇ। ਕਿਵੇਂ? ਦੇਖੋ, ਇਹ ਨੇ ਲੋਕ ਜਿਨ੍ਹਾਂ ਨੇ ਵੋਟ ਕੀਤੀਆਂ, ਇਹਨਾਂ ਨੇ ਵੋਟ ਕਰਕੇ ਆਪਣੀ ਪ੍ਰੋਵਿੰਸ਼ੀਅਲ ਅਸੈਂਬਲੀ ਚੁਣ ਲਈ। ਜਿਵੇਂ ਪੰਜਾਬ ਦੀ ਜਨਤਾ ਹੈ ਵਾਲੀ ਸਾਰੀ, ਇਹਨਾਂ ਨੇ ਕਿਹਨੂੰ ਚੁਣ ਲਿਆ? ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਨੂੰ। ਔਰ ਇਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਜਿਹੜੇ ਨੇ ਇਹ ਅੱਗੇ ਚੁਣਦੇ ਨੇ ਆਪਣੇ ਵਿੱਚੋਂ ਰਾਜ ਸਭਾ ਦੇ ਮੈਂਬਰਾਂ ਨੂੰ। ਠੀਕ ਹੈ ਨਾ, ਜਿੰਨੀਆਂ ਵੀ ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟਾਂ ਨੇ, ਇਹ ਜਿਹੜੇ ਇਲੈਕਸ਼ਨ ਹੋ ਰਹੇ ਨੇ ਰਾਜ ਸਭਾ ਦੇ ਬੇਟਾ, ਇਹ ਕਿਹੜੇ ਇਲੈਕਸ਼ਨ ਨੇ? ਇਹ ਹੁੰਦੇ ਨੇ ਇਨਡਾਇਰੈਕਟ ਇਲੈਕਸ਼ਨ। ਲੋਕ ਸਭਾ ਦੇ ਹੁੰਦੇ ਨੇ ਡਾਇਰੈਕਟ ਇਲੈਕਸ਼ਨ, ਰਾਜ ਸਭਾ ਦੇ ਹੁੰਦੇ ਨੇ ਇਨਡਾਇਰੈਕਟ ਇਲੈਕਸ਼ਨ। ਤਾਂ ਜਿਹੜੀ ਸਾਡੀ ਕੌਂਸਟੀਟਿਊਟ ਅਸੈਂਬਲੀ ਸੀਗੀ ਉਹ ਵੀ ਇਸ ਤਰੀਕੇ ਨਾਲ ਹੀ ਚੁਣੀ ਗਈ ਸੀ, ਜਿਹਨੂੰ ਆਪਾਂ ਇਨਡਾਇਰੈਕਟ ਇਲੈਕਸ਼ਨਸ ਬੋਲਦੇ ਹਾਂ। ਲੋਕਾਂ ਨੇ ਆਪਣੀ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰ ਚੁਣੇ, ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰਾਂ ਨੇ ਆਪਣੇ ਵਿੱਚੋਂ ਜਿਹੜੇ ਨੇ ਅੱਗੇ ਕੌਂਸਟੀਟਿਊਟ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਿਆ। ਔਰ ਉਹਦੀ ਪ੍ਰਪੋਰਸ਼ਨ ਕੀ ਸੀਗਾ? 1 to a million। ਇੱਥੋਂ ਕੁਐਸਚਨ ਤੁਹਾਨੂੰ ਜਨਰਲੀ ਜਿਹੜਾ ਹੈ ਉਹ ਆਉਂਦਾ ਹੈ ਜੀ। ਨੈਕਸਟ ਬੇਟਾ ਜਿਹੜਾ ਬਹੁਤ ਸਾਰੇ ਕੁਐਸਚਨ ਬਣਦੇ ਨੇ ਇਸ ਤੋਂ, ਆਬਜੈਕਟਿਵ ਰੈਜ਼ੋਲੂਸ਼ਨ ਤੋਂ। ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਇਹ ਕੀ ਚੀਜ਼ ਸੀ ਜੀ? ਇਸ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਪੇਸ਼ ਕੀਤਾ ਸੀ ਔਰ ਉਹਨਾਂ ਨੇ ਕੀ ਕਿਹਾ ਸੀ ਬੇਟਾ? ਉਹਨਾਂ ਨੇ ਦੱਸਿਆ ਸੀ ਕਿ ਜੋ ਕੌਂਸਟੀਟਿਊਸ਼ਨ ਅਸੀਂ ਬਣਾਵਾਂਗੇ ਉਸ ਦੇ ਆਬਜੈਕਟਸ, ਉਸ ਦੇ ਉਦੇਸ਼, ਉਸ ਦੇ ਏਮਸ, ਨਿਸ਼ਾਨੇ ਕੀ ਹੋਣਗੇ। ਉਸ ਜਿਹੜੇ ਰੈਜ਼ੋਲੂਸ਼ਨ ਨੂੰ ਕੀ ਕਿਹਾ ਗਿਆ? ਉਸ ਨੂੰ ਕਿਹਾ ਗਿਆ ਬੇਟੇ ਆਬਜੈਕਟਿਵ ਰੈਜ਼ੋਲੂਸ਼ਨ। ਇਹ ਕਿਹਨਾਂ ਦੇ ਵੱਲੋਂ ਪੇਸ਼ ਕੀਤਾ ਗਿਆ ਸੀਗਾ ਜੀ? ਜਵਾਹਰ ਲਾਲ ਨਹਿਰੂ ਦੇ ਵੱਲੋਂ 13 ਦਸੰਬਰ 1946 ਨੂੰ ਬੇਟੇ। ਔਰ ਇਹੀ ਆਬਜੈਕਟਿਵ ਰੈਜ਼ੋਲੂਸ਼ਨ ਅੱਗੇ ਚੱਲ ਕੇ ਸਾਡੀ ਜਿਹੜੀ ਇੰਡੀਆ ਕੌਂਸਟੀਟਿਊਸ਼ਨ ਦੀ ਪ੍ਰੈਂਬਲ ਹੈ ਜੀ ਬੇਟਾ, ਉਸ ਦਾ ਬੇਸ ਬਣਿਆ। ਮਤਲਬ ਜੋ ਸਾਡੀ ਪ੍ਰੈਂਬਲ ਹੈ ਉਹ ਇਸ ਆਬਜੈਕਟਿਵ ਰੈਜ਼ੋਲੂਸ਼ਨ ਦੇ ਉੱਪਰ ਹੀ ਬੇਸ ਕਰਦੀ ਹੈ। ਇਹ ਕੁਐਸਚਨ ਤੁਹਾਨੂੰ ਬੜੀ ਵਾਰ ਐਗਜ਼ਾਮਸ ਦੇ ਵਿੱਚ ਵੇਖਣ ਨੂੰ ਮਿਲੇਗਾ, ਇਸ ਨੂੰ ਯਾਦ ਰੱਖਣਾ ਹੈ। ਡਰਾਫਟਿੰਗ ਕਮੇਟੀ, ਦੇਖੋ ਕੌਂਸਟੀਟਿਊਟ ਅਸੈਂਬਲੀ ਨੇ ਆਪਣਾ ਕੰਮ ਕਰਨ ਦੇ ਲਈ ਨਾ ਬਹੁਤ ਸਾਰੀਆਂ ਜਿਹੜੀਆਂ ਨੇ ਬੇਟਾ ਉਹ ਬਣਾਈਆਂ ਸੀਗੀਆਂ ਤੁਹਾਡੀਆਂ ਕਮੇਟੀਜ਼। ਉਹਨਾਂ ਦੇ ਵਿੱਚੋਂ ਸਭ ਤੋਂ ਮੋਸਟ ਇੰਪੋਰਟੈਂਟ ਕਮੇਟੀ ਜਿਹਦੇ ਤੋਂ ਬੜੀ ਵਾਰ ਸਵਾਲ ਆਉਂਦੇ ਨੇ, ਜਰਨਲੀ ਹਰ ਐਗਜ਼ਾਮ ਦੇ ਵਿੱਚ ਇੱਕ ਅੱਧਾ ਸਵਾਲ ਇਹਦੇ ਤੋਂ ਜ਼ਰੂਰ ਬਣਦਾ ਹੈ, ਉਹ ਸੀਗਾ ਡਰਾਫਟਿੰਗ ਕਮੇਟੀ। ਔਰ ਪੁੱਛੀਆਂ 2 ਹੀ 3 ਚੀਜ਼ਾਂ ਜਾਂਦੀਆਂ ਨੇ। ਡਰਾਫਟਿੰਗ ਕਮੇਟੀ ਦੇ ਜਿਹੜੇ ਚੇਅਰਪਰਸਨ ਨੇ ਉਹ ਕੌਣ ਸੀਗੇ? ਡਾਕਟਰ ਭੀਮ ਰਾਓ ਅੰਬੇਦਕਰ ਜੀ। 29 ਅਗਸਤ 1947 ਨੂੰ ਇਹ ਕਮੇਟੀ ਬਣੀ ਸੀ। ਟੋਟਲ ਇਸ ਕਮੇਟੀ ਦੇ ਬੇਟਾ ਸੀਗੇ 7 ਮੈਂਬਰ, ਯਾਦ ਰੱਖਣਾ ਇਸ ਚੀਜ਼ ਨੂੰ। ਔਰ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ ਦੇ ਨਾਮ ਨਾਲ ਕੌਣ ਜਾਣੇ ਜਾਂਦੇ ਨੇ ਜੀ? ਭੀਮ ਰਾਓ ਅੰਬੇਦਕਰ ਜੀ। ਕਿਉਂ? ਕਿਉਂਕਿ ਡਰਾਫਟਿੰਗ ਕਮੇਟੀ ਨੂੰ ਇਹਨਾਂ ਨੇ ਕੀਤਾ ਸੀਗਾ ਪ੍ਰਜ਼ਾਈਡ। ਜਰਨਲੀ ਜਿੰਨੇ ਨੇ ਜ਼ਿਆਦਾਤਰ ਕੁਐਸਚਨ ਆਪਣੇ ਇਹਨਾਂ ਏਰੀਆਜ਼ ਤੋਂ ਹੀ ਆ ਰਹੇ ਨੇ ਔਰ ਉਹ ਆਪਾਂ ਸਾਰੇ ਕਵਰ ਕਰ ਰਹੇ ਹਾਂ। ਇਸ ਤੋਂ ਇਲਾਵਾ ਵੀ ਫਿਰ ਵੀ ਕੁਝ ਥੋੜ੍ਹੀਆਂ ਜਿਹੀਆਂ ਇੰਪੋਰਟੈਂਟ ਕਮੇਟੀਜ਼ ਨੇ ਜਿਨ੍ਹਾਂ ਤੋਂ ਤੁਹਾਨੂੰ ਸਵਾਲ ਆ ਸਕਦੇ ਨੇ। ਐਡਵਾਈਜ਼ਰੀ ਕਮੇਟੀ ਔਨ ਫੰਡਾਮੈਂਟਲ ਰਾਈਟਸ ਦੀ ਪਹਿਲੀ ਗੱਲ ਜਿਹੜੀ ਅਸੀਂ ਗੱਲ ਕਰਦੇ ਹਾਂ, ਜਦੋਂ ਦੇਖੋ ਤਾਂ ਉਹਦੇ ਚੇਅਰਪਰਸਨ ਕੌਣ ਸਨ? ਸਰਦਾਰ ਵੱਲਭ ਭਾਈ ਪਟੇਲ। ਪ੍ਰੋਵਿੰਸ਼ੀਅਲ ਕੌਂਸਟੀਟਿਊਸ਼ਨਲ ਕਮੇਟੀ ਦੇ ਹੈੱਡ ਵੀ ਕੌਣ ਸਨ? ਸਰਦਾਰ ਵੱਲਭ ਭਾਈ ਪਟੇਲ ਜੀ। ਉਸ ਤੋਂ ਬਾਅਦ ਬੇਟਾ ਆਉਂਦੀ ਹੈ ਯੂਨੀਅਨ ਪਾਵਰ ਕਮੇਟੀ, ਉਹਦੇ ਹੈੱਡ ਵੀ ਪੰਡਿਤ ਨਹਿਰੂ ਜੀ। ਸਟੀਅਰਿੰਗ ਕਮੇਟੀ ਡਾਕਟਰ ਰਾਜਿੰਦਰ ਪ੍ਰਸਾਦ। ਡਰਾਫਟਿੰਗ ਕਮੇਟੀ ਆਪਾਂ ਹੁਣੇ ਪਿੱਛੇ ਪੜ੍ਹ ਲਿਆ, ਡਾਕਟਰ BR ਅੰਬੇਦਕਰ। ਜਿਨ੍ਹਾਂ ਵਿੱਚੋਂ ਇਹ ਜਿਹੜੇ ਨੇ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਆਪਣੇ ਲਈ, ਇਹਨਾਂ ਤੋਂ ਸਵਾਲ ਸਾਨੂੰ ਜਰਨਲੀ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ। ਨੈਕਸਟ ਆਉਂਦਾ ਹੈ ਜੀ ਇਨੈਕਟਮੈਂਟ ਐਂਡ ਇਨਫੋਰਸਮੈਂਟ ਦੀਆਂ ਡੇਟਸ ਜਿਹੜੀਆਂ ਨੇ ਬੇਟੇ।
ਇੱਥੇ ਜਾ ਕੇ ਬੱਚੇ ਜਨਰਲੀ ਗਲਤੀ ਕਰ ਜਾਂਦੇ ਨੇ, ਉਹ ਬੱਚੇ ਜਿਨ੍ਹਾਂ ਨੇ ਥੋੜ੍ਹੀ ਜਿਹੀ ਜਿਨ੍ਹਾਂ ਦੀ ਜਿਹੜੀ ਹੈ ਕਹਿ ਸਕਦੇ ਹਾਂ ਆਪਾਂ ਕਿ ਕੋਚਿੰਗ ਨਹੀਂ ਲਈ ਹੁੰਦੀ, ਜਾਂ ਜਿਹੜੇ ਖੁਦ ਸੈਲਫ ਪ੍ਰੀਪਰੇਸ਼ਨ ਕਰ ਰਹੇ ਹੁੰਦੇ ਨੇ। ਹਰ ਇੱਕ ਬੱਚਾ ਨਹੀਂ, ਬਟ ਕੁਝ ਬੱਚੇ ਨੇ ਜਲਦਬਾਜ਼ੀ ਵਿੱਚ ਗਲਤੀ ਕਰਦੇ ਨੇ। ਇਹ ਨਹੀਂ ਕਿ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ, ਪਤਾ ਹੁੰਦਾ ਹੈ, ਜਲਦਬਾਜ਼ੀ ਵਿੱਚ ਗਲਤੀ ਕਰ ਜਾਂਦੇ ਨੇ, ਕਿਉਂਕਿ ਉਹ ਕਨਫਿਊਜ਼ ਕਰ ਜਾਂਦੇ ਨੇ ਇਨੈਕਟਮੈਂਟ ਔਰ ਇਨਫੋਰਸਮੈਂਟ ਦੋਨਾਂ ਦੇ ਵਿਚਕਾਰ। ਉਹ ਇਹਨਾਂ ਦੋਨਾਂ ਨੂੰ ਸੇਮ ਸਮਝ ਲੈਂਦੇ ਨੇ, ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਦਿੱਕਤ ਆ ਜਾਂਦੀ ਹੈ। ਦੇਖੋ ਇਨੈਕਟਮੈਂਟ ਕੀ ਹੈ, ਜਿਸ ਦਿਨ ਕੌਨਸਟੀਟਿਊਸ਼ਨ ਨੂੰ ਕੀਤਾ ਗਿਆ ਅਡੋਪਟ, ਉਹ ਡੇਟ ਹੈ ਬੇਟੇ 26 ਨਵੰਬਰ 1949। ਇਸ ਚੀਜ਼ ਨੂੰ ਤੁਸੀਂ ਰੱਖਣਾ ਹੈ ਯਾਦ। ਉਸ ਤੋਂ ਬਾਅਦ ਇਨਫੋਰਸਮੈਂਟ ਮਤਲਬ ਜਿਸ ਦਿਨ ਕੌਨਸਟੀਟਿਊਸ਼ਨ ਪੂਰੀ ਤਰ੍ਹਾਂ ਨਾਲ ਪ੍ਰਭਾਵ ਵਿੱਚ ਆ ਗਿਆ, ਇਫੈਕਟਫੁਲ ਹੋ ਗਿਆ, ਲਾਗੂ ਹੋ ਗਿਆ, ਉਹ ਡੇਟ ਹੈ ਜੀ ਸਾਡੀ 26 ਜਨਵਰੀ 1950। ਆਲਦੋ ਕਿ ਕੌਨਸਟੀਟਿਊਸ਼ਨ ਸਾਡਾ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ ਬੇਟੇ, ਪਰ ਅਸੀਂ ਇਸ ਨੂੰ ਡਿਲੇ ਕੀਤਾ ਲਾਗੂ ਕਰਨ ਦੇ ਵਿੱਚ ਕਿਸ ਦਿਨ ਤੱਕ, 26 ਜਨਵਰੀ 1950 ਤੱਕ। ਔਰ ਕਿਉਂ ਕੀਤਾ? ਕਿਉਂਕਿ ਇਸ ਦਿਨ ਦੀ ਸੀਗੀ ਇੱਕ ਸਾਡੀ ਹਿਸਟੋਰੀਕਲ ਇੰਪੋਰਟੈਂਸ ਸਾਡੀ ਫਰੀडम ਸਟਰਗਲ ਮੂਵਮੈਂਟ ਦੇ ਵਿੱਚ। ਕਿਉਂ? ਕਿਉਂਕਿ ਇਸ ਦਿਨ ਜਿਹੜਾ ਸੀਗਾ 1930 ਵਾਲੇ ਦਿਨ ਪੂਰਨ ਸਵਰਾਜ ਡੇ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਸੀ, ਜਿਹੜਾ 1929 ਵਿੱਚ ਲਾਹੌਰ ਦੇ ਵਿੱਚ ਜਵਾਹਰ ਲਾਲ ਨਹਿਰੂ ਜੀ ਨੇ ਜਿਹੜਾ ਸੀ ਉਹ ਕਿਹਾ ਸੀਗਾ ਕਿ ਅਸੀਂ ਇਹ ਡੇ ਜਿਹੜਾ ਸੈਲੀਬ੍ਰੇਟ ਕਰਿਆ ਕਰਾਂਗੇ, ਔਰ 1930 ਨੂੰ ਇਸ ਡੇ ਨੂੰ ਸੈਲੀਬ੍ਰੇਟ ਕੀਤਾ ਗਿਆ ਸੀਗਾ। ਉਸ ਦਿਨ ਨੂੰ ਮੈਮੋਰਾਈਜ਼ ਕਰਨ ਦੇ ਲਈ, ਹਮੇਸ਼ਾ ਦੇ ਲਈ ਇਤਿਹਾਸ ਵਿੱਚ ਜਿਹੜਾ ਹੈ ਜ਼ਿੰਦਾ ਰੱਖਣ ਦੇ ਲਈ ਇਹ ਜਿਹੜਾ ਸੀਗਾ ਇਨਫੋਰਸਮੈਂਟ ਜਿਹੜੀ ਸੀਗੀ ਉਹ ਰੋਕ ਦਿੱਤੀ ਗਈ ਕੁਝ ਦਿਨਾਂ ਦੇ ਲਈ। ਇਨੈਕਟਮੈਂਟ ਔਰ ਇਨਫੋਰਸਮੈਂਟ ਦੀਆਂ ਡੇਟਸ ਨੂੰ ਜਿਹੜਾ ਤੁਸੀਂ ਧਿਆਨ ਵਿੱਚ ਰੱਖੋਗੇ, ਇੱਥੋਂ ਤੁਹਾਨੂੰ ਸਵਾਲ ਜਿਹੜੇ ਨੇ ਉਹ ਆਉਣਗੇ ਬੇਟੇ। ਨੈਕਸਟ ਆ ਜਾਂਦੇ ਨੇ ਜੀ ਸੋਰਸਸ ਆਫ ਦਾ ਕੌਨਸਟੀਟਿਊਸ਼ਨ। ਦਿਸ ਇਜ਼ ਵੈਰੀ ਇੰਪੋਰਟੈਂਟ ਸਲਾਈਡ ਫॉर ਯੂ। ਇੱਥੋਂ ਕਾਫੀ ਸਾਰੇ ਕੁਐਸਚਨਸ ਨਿਕਲਦੇ ਨੇ ਜਨਰਲੀ ਕਿ ਇੰਡੀਅਨ ਜਿਹੜਾ ਕੌਨਸਟੀਟਿਊਸ਼ਨ ਇਹਦੇ ਸੋਰਸਸ ਕਿਹੜੇ ਨੇ, ਇਹਨਾਂ ਤੋਂ ਸਵਾਲ ਬਹੁਤ ਸਾਰੇ ਬਣਦੇ ਨੇ। ਤਾਂ ਦੇਖੋ ਸਭ ਤੋਂ ਪਹਿਲਾਂ ਬੇਟਾ ਆਉਂਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1935। ਕੁਐਸਚਨ ਆਉਂਦਾ ਹੈ ਕਿ ਭਾਰਤ ਦੇ ਸੰਵਿਧਾਨ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਜਿਹੜਾ ਕਿਸ ਸੋਰਸ ਦਾ ਹੈ। ਤਾਂ ਬੱਚੇ ਜਨਰਲੀ USA ਜਾਂ ਬ੍ਰਿਟੇਨ ਨੂੰ ਟਿਕ ਕਰ ਦਿੰਦੇ ਨੇ, ਕਿਉਂਕਿ ਕਾਫੀ ਸਾਰੇ ਫੀਚਰ ਅਸੀਂ ਉੱਥੋਂ ਲਏ ਨੇ। ਲੇਕਿਨ ਇੰਡੀਅਨ ਕੌਨਸਟੀਟਿਊਸ਼ਨ ਦਾ ਜਿਹੜਾ 60% ਬੇਟੇ ਪਾਰਟ ਹੈ ਨਾ, ਉਹ ਜਾਂ ਤਾਂ ਡਾਇਰੈਕਟਲੀ ਜਾਂ ਥੋੜ੍ਹਾ ਬਹੁਤਾ ਮੋਲਡ ਕਰਕੇ ਕਿੱਥੋਂ ਲਿਆ ਗਿਆ, ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ। ਹਿਸਟਰੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਸਾਈਮਨ ਕਮਿਸ਼ਨ ਜਦੋਂ ਭਾਰਤ ਆਉਂਦਾ ਹੈ ਨਾ, ਤਾਂ ਉਸਨੇ ਜਿਹੜੀ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਬ੍ਰਿਟੇਨ ਪਾਰਲੀਮੈਂਟ ਨੂੰ, ਉਹਨਾਂ ਰਿਪੋਰਟਸ ਦੇ ਉੱਪਰ ਰਾਊਂਡ ਟੇਬਲ ਕਾਨਫਰੰਸਿਸ ਹੋਈਆਂ, ਔਰ ਉਹਨਾਂ ਤੋਂ ਬਾਅਦ ਜਿਹੜਾ ਇੱਕ ਐਕਟ ਬਣ ਕੇ ਭਾਰਤ ਦੇ ਲਈ ਤਿਆਰ ਹੋਇਆ, ਇਹ ਉਹੀ ਐਕਟ ਹੈ 1935 ਵਾਲਾ ਐਕਟ ਬੇਟੇ। ਤਾਂ ਇਸ ਐਕਟ ਦਾ ਲਗਭਗ ਜਿਹੜਾ 60% ਹਿੱਸਾ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਐਜ਼ ਇਟ ਇਜ਼ ਹੀ ਰੱਖਿਆ ਗਿਆ। ਦੈਨ ਫਿਰ ਆਪਾਂ ਦੇਖਦੇ ਹਾਂ USA ਤੋਂ ਅਸੀਂ ਕੀ ਲਿਆ। USA ਤੋਂ ਬੇਟੇ ਅਸੀਂ ਲਿਆ ਜੁਡੀਸ਼ੀਅਲ ਰਿਵਿਊ ਵਾਲਾ ਸਿਸਟਮ ਲਿਆ ਉਹਦੇ ਤੋਂ ਜੀ। ਫੰਡਾਮੈਂਟਲ ਰਾਈਟਸ ਵੀ ਅਸੀਂ ਉੱਥੋਂ ਲਏ ਨੇ। ਪ੍ਰੈਜ਼ੀਡੈਂਟ ਜਿਹੜਾ ਨੇ ਔਰ ਉਹਨਾਂ ਦੀ ਇੰਪੀਚਮੈਂਟ ਪ੍ਰੋਸੈਸ ਉੱਥੋਂ ਲਈ ਹੈ। ਇੰਡੀਪੈਂਡੈਂਟ ਜੁਡੀਸ਼ਰੀ ਦਾ ਕੰਸੈਪਟ ਵੀ ਅਸੀਂ USA ਤੋਂ ਹੀ ਲਿਆਏ। ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਜਿਹੜੀ ਗਵਰਨਮੈਂਟ ਹੈ ਉਹ USA ਦੇ ਵਿੱਚ ਚੱਲਦੀ ਹੈ ਬੱਚੇ। ਸੋ ਪ੍ਰੈਜ਼ੀਡੈਂਟ ਦੇ ਨਾਲ ਜ਼ਿਆਦਾਤਰ ਰਿਲੇਟਡ ਪ੍ਰੋਵੀਜ਼ਨ ਜਿਹੜੇ ਨੇ ਉਹ ਅਸੀਂ ਕਿੱਥੋਂ ਲਏ ਨੇ, USA ਦੇ ਕੋਲੋਂ। ਦੈਨ ਫਿਰ ਨੈਕਸਟ ਅਸੀਂ ਆ ਜਾਂਦੇ ਹਾਂ ਜੀ ਬ੍ਰਿਟੇਨ ਵੱਲ, ਬ੍ਰਿਟਿਸ਼ ਗਵਰਨਮੈਂਟ ਦੇ ਵੱਲ। ਬ੍ਰਿਟੇਨ ਦੀ ਗੱਲ ਕਰਦੇ ਹਾਂ ਤਾਂ ਦੇਖੋ ਬ੍ਰਿਟੇਨ ਜਿਹੜੀ ਹੈ ਨਾ ਉਹਨਾਂ ਦੀ ਪਾਰਲੀਮੈਂਟ ਹੈ ਮਦਰ ਆਫ ਆਲ ਪਾਰਲੀਮੈਂਟਸ, ਠੀਕ ਹੈ। ਤਾਂ ਬੇਟੇ ਪਾਰਲੀਮੈਂਟ ਨਾਲ ਰਿਲੇਟਡ ਜਿੰਨੇ ਵੀ ਪ੍ਰੋਵੀਜ਼ਨਸ ਨੇ ਉਹ ਸਾਰੇ ਅਸੀਂ ਕਿੱਥੋਂ ਲਏ ਨੇ, ਬ੍ਰਿਟੇਨ ਤੋਂ। ਰੂਲ ਆਫ ਲਾਅ ਐਂਡ ਲਾਅ ਮੇਕਿੰਗ ਪ੍ਰੋਸੀਜਰ ਅਸੀਂ ਉਹਨਾਂ ਤੋਂ ਲਿਆ ਹੈ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਸਿੰਗਲ ਸਿਟੀਜ਼ਨਸ਼ਿਪ, ਬਾਈਕੈਮਰਲਿਜ਼ਮ। ਦੇਖੋ ਦੋ ਚੀਜ਼ਾਂ ਆਉਂਦੀਆਂ ਨੇ, ਬਾਈਕੈਮਰਲਿਜ਼ਮ ਔਰ ਜਿਹੜਾ ਹੁੰਦਾ ਹੈ ਉਹ ਕੀ ਚੀਜ਼ ਹੁੰਦੀ ਹੈ। ਯੂਨੀਕੈਮਰਲ ਔਰ ਬਾਈਕੈਮਰਲ ਬੇਟੇ ਅਗਰ ਤਾਂ ਗਵਰਨਮੈਂਟ ਸਿਰਫ ਇੱਕ ਹੀ ਹਾਊਸ ਵਿੱਚ, ਗਵਰਨਮੈਂਟ ਦਾ ਇੱਕ ਹੀ ਹਾਊਸ ਹੈ, ਜਿਵੇਂ ਪੰਜਾਬ ਵਿਧਾਨ ਸਭਾ, ਵਿਧਾਨ ਪਰਿਸ਼ਦ ਪੰਜਾਬ ਵਿੱਚ ਨਹੀਂ ਹੈ, ਤਾਂ ਪੰਜਾਬ ਦੀ ਲੈਜਿਸਲੇਚਰ ਜਿਹੜੀ ਉਹ ਯੂਨੀਕੈਮਰਲ ਹੈ। ਸੈਂਟਰਲ ਲੈਜਿਸਲੇਚਰ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਕੀ ਹੈ, ਬਾਈਕੈਮਰਲ। ਲੋਕ ਸਭਾ ਐਂਡ ਰਾਜ ਸਭਾ, ਉੱਥੇ ਦੋ ਹਾਊਸ ਨੇ। ਤਾਂ ਜਦੋਂ ਦੋ ਹਾਊਸ ਨੇ ਬੇਟਾ ਤਾਂ ਉਹ ਬਾਈਕੈਮਰਲ ਹੈ, ਜਿੱਥੇ ਇੱਕ ਹਾਊਸ ਹੈ ਤਾਂ ਉਹ ਕੀ ਹੈ, ਯੂਨੀਕੈਮਰਲ। ਉਸ ਤੋਂ ਬਾਅਦ ਆ ਜਾਂਦਾ ਜੀ ਕੈਬਨਿਟ ਸਿਸਟਮ ਔਰ ਲੈਜਿਸਲੇਟਿਵ ਪ੍ਰੋਸੀਜਰ। ਇਹ ਸਾਰਾ ਕੁਝ ਅਸੀਂ ਲਿਆ ਜੀ ਬ੍ਰਿਟੇਨ ਤੋਂ ਬੇਟੇ। ਸਾਊਥ ਅਫਰੀਕਾ, ਸਾਊਥ ਅਫਰੀਕਾ ਤੋਂ ਇੱਕ ਹੀ ਚੀਜ਼ ਯਾਦ ਰੱਖਣ ਵਾਲੀ ਹੈ ਇੰਪੋਰਟੈਂਟ, ਜਿੱਥੋਂ ਸਵਾਲ ਆਉਂਦਾ ਹੈ ਅਮੈਂਡਮੈਂਟ ਪ੍ਰੋਸੀਜਰ ਆਫ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨ ਦਾ ਜਿਹੜਾ ਸਿਸਟਮ ਹੈ ਉਹ ਅਸੀਂ ਕਿੱਥੋਂ ਲਿਆ ਜੀ, ਸਾਊਥ ਅਫਰੀਕਾ ਤੋਂ। ਆਇਰਲੈਂਡ ਦੀ ਅਗਰ ਆਪਾਂ ਬੇਟੇ ਗੱਲ ਕਰੀਏ ਤਾਂ ਆਇਰਲੈਂਡ ਤੋਂ ਅਸੀਂ ਕਿਹੜੀ ਚੀਜ਼ ਲਈ ਹੈ, DPSP। DPSP ਸ਼ਾਰਟ ਫਾਰਮ ਹੈ ਕਿਹਨਾਂ ਦੀ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਬੇਟੇ। ਇਹ ਅਸੀਂ ਲਏ ਨੇ ਆਇਰਲੈਂਡ ਤੋਂ। ਇਹਨਾਂ ਤੋਂ ਤੁਹਾਨੂੰ ਕੁਐਸਚਨ ਦੇਖਣ ਨੂੰ ਜਨਰਲੀ ਮਿਲਦਾ ਹੈ। ਨੋਮੀਨੇਸ਼ਨ ਆਫ ਮੈਂਬਰ ਆਫ ਰਾਜ ਸਭਾ, ਮੈਥਡ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਦੇ ਇਲੈਕਸ਼ਨ ਕਿਸ ਤਰ੍ਹਾਂ ਹੁੰਦੇ ਨੇ, ਇਹ ਵੀ ਅਸੀਂ ਕਿੱਥੋਂ ਲਿਆ ਹੈ, ਆਇਰਲੈਂਡ ਤੋਂ ਜੀ। ਨੈਕਸਟ ਬੇਟਾ ਅੱਗੇ ਆ ਜਾਂਦਾ ਹੈ ਜਾਪਾਨ। ਜਾਪਾਨ ਤੋਂ ਲਈ ਹੈ ਫੰਕਸ਼ਨ ਆਫ ਸੁਪਰੀਮ ਕੋਰਟ। ਸੁਪਰੀਮ ਕੋਰਟ ਦੇ ਫੰਕਸ਼ਨਸ ਦੇ ਕੰਮ ਕਿੱਦਾਂ ਕਰਦੇ ਨੇ। ਦੈਨ ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਲਈ ਹੈ ਜੀ ਕਨਕਰੈਂਟ ਲਿਸਟ ਐਂਡ ਜੁਆਇੰਟ ਸਿਟਿੰਗ ਆਫ 2 ਹਾਊਸ ਆਫ ਪਾਰਲੀਮੈਂਟ।
ਇਹ ਜਦੋਂ ਆਪਾਂ ਪਾਰਲੀਮੈਂਟ ਪੜ੍ਹਾਂਗੇ ਉੱਥੇ ਇਸ ਨੂੰ ਚੀਜ਼ ਨੂੰ ਅਸੀਂ ਡਿਸਕਸ ਕਰਾਂਗੇ। ਦੋ ਜਿਹੜੇ ਨੇ ਰੈਵੋਲੂਸ਼ਨ ਜਿਹੜੇ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਹਿਸਟਰੀ ਦੇ ਵਿੱਚ, ਵਰਲਡ ਹਿਸਟਰੀ ਦੇ ਵਿੱਚ, ਇੱਕ ਬੇਟੇ ਫਰਾਂਸ ਵਾਲਿਆਂ ਦਾ, ਇੱਕ USSR ਵਾਲਿਆਂ ਦਾ। ਇਹ ਦੋਨੋਂ ਹੀ ਜਿਹੜੇ ਰੈਵੋਲੂਸ਼ਨ ਨੇ ਨਾ, ਇਹਨਾਂ ਨੇ ਸਾਨੂੰ ਸਾਡੇ ਸੰਵਿਧਾਨ ਦੇ ਉੱਪਰ ਵੀ ਅਸਰ ਪਾਇਆ। ਅਸੀਂ ਲਿਬਰਟੀ, ਇਕੁਐਲਿਟੀ ਔਰ ਫਰਟਰਨਿਟੀ ਵਾਲਾ ਕੰਸੈਪਟ ਜਿਹੜਾ ਉਹ ਫਰਾਂਸ ਤੋਂ ਲਿਆ ਹੈ, ਔਰ ਬੇਟੇ ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ ਜਸਟਿਸ ਵਾਲਾ ਕੰਸੈਪਟ ਅਸੀਂ USSR ਦੀ ਜਿਹੜੀ ਹੈ ਰੈਵੋਲੂਸ਼ਨ ਉਹਦੇ ਤੋਂ ਲਿਆ ਹੈ, ਜੋ 1917 ਦੇ ਵਿੱਚ ਹੋਈ ਹੈ। ਜਰਮਨੀ ਤੋਂ ਲਏ ਨੇ ਬੇਟਾ ਨੈਸ਼ਨਲ ਐਮਰਜੈਂਸੀ ਦੇ ਪ੍ਰੋਵੀਜ਼ਨ। ਉਸ ਤੋਂ ਬਾਅਦ ਆਉਂਦੀ ਹੈ ਕੈਨੇਡਾ। ਕੈਨੇਡਾ ਨੇ ਜਿਹੜਾ ਸਾਡਾ ਫੈਡਰਲ ਸਿਸਟਮ ਹੈ ਉਹਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਕੈਨੇਡਾ ਦੇ ਫੈਡਰਲ ਸਿਸਟਮ ਤੋਂ ਦੇ ਨਾਲ ਮਿਲਦਾ ਜੁਲਦਾ ਹੀ ਸਾਡਾ ਫੈਡਰਲ ਸਿਸਟਮ ਹੈ। ਸਾਡੀ ਯੂਨੀਅਨ ਜਿਹੜੀ ਹੈ ਉਹ ਇੱਕ ਕਾਫੀ ਜ਼ਿਆਦਾ ਸਟਰੋਂਗ ਹੈ, ਠੀਕ ਹੈ। ਔਰ ਜਿਹੜੇ ਸਾਡੇ ਸਟੇਟਸ ਨੇ ਉਹਨਾਂ ਦੇ ਰਾਈਟਸ ਥੋੜ੍ਹੇ ਘੱਟ ਨੇ, ਯੂਨੀਅਨ ਜਿਹੜੀ ਉਹ ਜ਼ਿਆਦਾ ਪਾਵਰਫੁਲ ਹੈ। ਸੋ ਮੇਕ ਅ ਯੂਨੀਅਨ ਵਿਦ ਪਾਵਰਫੁਲ ਸੈਂਟਰ, ਇਹ ਕੰਸੈਪਟ ਅਸੀਂ ਲਿਆ ਹੈ ਕੈਨੇਡਾ ਤੋਂ ਬੱਚੇ। ਫੈਡਰਲ ਵਿਦ ਅ ਸਟਰੋਂਗ ਸੈਂਟਰ, ਰੈਜ਼ੀਡਿਊਅਲ ਪਾਵਰ ਵਿਦ ਸੈਂਟਰ ਐਂਡ ਐਡਵਾਈਜ਼ਰੀ ਯੂਰੀਡਿਕਸ਼ਨ ਆਫ ਸੁਪਰੀਮ ਕੋਰਟ। ਇਹ ਸਾਰੇ ਦੇ ਸਾਰੇ ਕੰਸੈਪਟਸ ਅਸੀਂ ਕਿੱਥੋਂ ਲਏ ਨੇ ਜੀ? ਕੈਨੇਡਾ ਤੋਂ। ਤੋ ਇਹ ਸੀਗਾ ਬੇਟੇ ਓਵਰਆਲ ਜਿਹੜਾ ਤੁਹਾਡਾ ਉਹ ਕੰਸੈਪਟ ਕਿ ਸਾਡੇ ਜਿਹੜੇ ਸੋਰਸਸ ਕੌਨਸਟੀਟਿਊਸ਼ਨ ਦੇ ਨੇ ਉਹ ਕਿਹੜੇ ਕਿਹੜੇ ਨੇ ਉਹਨਾਂ ਦੇ ਬਾਰੇ। ਤਾਂ ਇਸ ਚੀਜ਼ ਸਲਾਈਡ ਦੀ ਤੁਸੀਂ ਪਾਵਰ ਔਰ ਜਿਹੜੀ ਹੈ ਬੇਟੇ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਤਾਂ ਜੋ ਉਹਨੂੰ ਬਾਰ-ਬਾਰ ਤੁਸੀਂ ਚੈੱਕ ਕਰ ਸਕੋ। ਇਹਦੇ ਵਿੱਚ ਜਿਹੜੇ ਤੁਹਾਡੇ ਗ੍ਰਾਫਿਕਸ ਜਾਂ ਪਿਕਚਰਸ ਐਡ ਕੀਤੀਆਂ ਹੋਈਆਂ ਨੇ ਉਹ ਇਸ ਕਰਕੇ ਤਾਂ ਜੋ ਤੁਹਾਡੀਆਂ ਸੈਂਸਸ ਨੇ ਉਹਨਾਂ ਸਾਰੀਆਂ ਨੂੰ ਜਿਹੜਾ ਹੈ ਇੱਕ ਪੁਆਇੰਟਸ ਦੇ ਨਾਲ ਐਕਟੀਵੇਟ ਕੀਤਾ ਜਾ ਸਕੇ, ਤਾਂ ਕਿ ਜਿਹੜਾ ਤੁਹਾਡੀ ਲਰਨਿੰਗ ਪ੍ਰੋਸੀਜਰ ਹੈ ਉਹ ਥੋੜ੍ਹੀ ਜ਼ਿਆਦਾ ਵਧੀਆ ਹੋ ਸਕੇ। ਜਦੋਂ ਆਪਾਂ ਸਾਰੀਆਂ ਸੈਂਸਸ ਨੂੰ ਇਨਵੋਲਵ ਕਰਦੇ ਹਾਂ ਬੇਟਾ ਲਰਨਿੰਗ ਪ੍ਰੋਸੀਜਰ ਦੇ ਵਿੱਚ, ਦੈਨ ਅਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖਦੇ ਹਾਂ, ਰਾਈਟ। ਸੋ ਵਿਜ਼ੂਅਲਸ ਜਿਹੜੇ ਨੇ ਉਹ ਸਮ ਟਾਈਮ ਸਾਨੂੰ ਹੋਰ ਜ਼ਿਆਦਾ ਬੈਟਰ ਇੱਕ ਜਿਹੜੀ ਉਹ ਰਿਜ਼ਲਟ ਦਿੰਦੇ ਨੇ। ਨੈਕਸਟ ਬੇਟੇ ਆ ਜਾਂਦੇ ਨੇ ਫੀਚਰ ਆਫ ਕੌਨਸਟੀਟਿਊਸ਼ਨ। ਵੈਸੇ ਤਾਂ ਬਹੁਤ ਸਾਰੇ ਨੇ ਬਟ ਇੱਥੇ ਆਪਾਂ ਡਿਸਕਸ ਕਰਾਂਗੇ ਜਿਹੜੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਆਉਂਦਾ ਹੈ ਫੈਡਰਲ ਸਿਸਟਮ ਵਿਦ ਯੂਨਿਟਰੀ ਫੀਚਰ। ਫੈਡਰਲ ਕੀ ਹੁੰਦਾ ਹੈ ਜੀ? ਇੱਕ ਮੋਸਟ ਪਾਵਰਫੁਲ ਸਟੇਟ ਹੈ, ਸੈਂਟਰ, ਉਸ ਦੇ ਬਹੁਤ ਛੋਟੇ ਛੋਟੇ ਅੱਗੇ ਪਾਰਟ ਨੇ, ਠੀਕ ਹੈ ਜੀ। ਔਰ ਇਹ ਸਾਰੇ ਜਿਹੜੇ ਨੇ ਕੀ ਬਣੇ ਹੋਏ ਨੇ, ਮਿਲ ਕੇ ਇੱਕ ਨੇਸ਼ਨ ਨੂੰ ਜਿਹੜਾ ਫਾਰਮੈਟ ਕਰਦੇ ਨੇ ਉਹਨੂੰ ਕੀ ਬੋਲਦੇ ਹਾਂ ਆਪਾਂ? ਫੈਡਰਲ। ਔਰ ਯੂਨਿਟਰੀ ਦੇ ਵਿੱਚ ਕੀ ਹੁੰਦਾ ਹੈ ਜੀ? ਫੈਡਰਲ ਦੇ ਵਿੱਚ ਇਹ ਚੀਜ਼ ਹੈ ਕਿ ਜਿਹੜੀਆਂ ਪਾਵਰਸ ਨੇ ਨਾ ਇਹ ਵਾਲੀਆਂ ਸਾਰਿਆਂ ਦੇ ਵਿੱਚ ਵੀ ਕੀ ਹੋਏਗੀਆਂ? ਡਿਵੀਜ਼ਨ ਕੀਤੀ ਜਾਏਗੀ, ਪਾਵਰਸ ਦੀ ਡਿਵੀਜ਼ਨ ਕੀਤੀ ਜਾਂਦੀ। ਲੇਕਿਨ ਯੂਨਿਟਰੀ ਦੇ ਵਿੱਚ ਇੱਦਾਂ ਨਹੀਂ ਹੁੰਦਾ। ਯੂਨਿਟਰੀ ਦੇ ਵਿੱਚ ਇੱਕ ਹੀ ਸੁਪਰੀਮ ਅਥਾਰਟੀ ਹੁੰਦੀ ਹੈ, ਸਾਰੀਆਂ ਪਾਵਰ ਉਹਦੇ ਕੋਲ ਹੁੰਦੀਆਂ ਨੇ। ਤਾਂ ਆਪਣਾ ਜਿਹੜਾ ਕੌਨਸਟੀਟਿਊਸ਼ਨ ਹੈ ਉਹ ਕਿਸ ਤਰ੍ਹਾਂ ਦਾ ਹੈ? ਉਹ ਕੀ ਹੈ? ਇੱਕ ਫੈਡਰਲ ਸਿਸਟਮ ਦੀ ਨੀਂਹ ਰੱਖਦਾ ਹੈ। ਕਾਹਦੇ ਨਾਲ? ਯੂਨਿਟਰੀ ਫੀਚਰਸ ਦੇ ਨਾਲ। ਯੂਨਿਟਰੀ ਫੀਚਰ ਮਤਲਬ ਸੈਂਟਰ ਨੂੰ ਥੋੜ੍ਹੀ ਜ਼ਿਆਦਾ ਪਾਵਰ ਨੇ ਮਿਲੀਆਂ ਹੋਈਆਂ ਨੇ, ਇਸ ਕਰਕੇ ਉਹਦੇ ਫੀਚਰ ਯੂਨਿਟਰੀ ਨੇ, ਲੇਕਿਨ ਸਟਰਕਚਰ ਕਿਹੜਾ ਹੈ? ਫੈਡਰਲ ਸਟਰਕਚਰ। ਯੂਨੀਵਰਸਲ ਅਡਲਟ ਫਰੈਂਚਾਈਜ਼ੀ ਬੇਟੇ ਕੁਐਸਚਨ ਕਾਫੀ ਵਾਰ ਆਉਂਦਾ ਹੈ ਔਰ ਜਨਰਲੀ ਬੱਚੇ ਕਰਦੇ ਹੋ ਗਲਤ। ਯੂਨੀਵਰਸਲ ਅਡਲਟ ਫਰੈਂਚਾਈਜ਼ੀ ਦਾ ਮਤਲਬ ਕੀ ਹੈ ਜੀ? ਤੁਹਾਨੂੰ ਪੁੱਛਿਆ ਜਾਂਦਾ ਹੈ ਭਾਰਤ ਦੇ ਵਿੱਚ ਜਿਹੜੀ ਹੈ ਰਾਈਟ ਟੂ ਵੋਟ ਜਿਹੜਾ ਹੈ, ਵੋਟ ਕਾਸਟ ਕਰਨ ਵਾਲਾ ਹੈ, ਉਹਦਾ ਆਧਾਰ ਕੀ ਹੈ? ਤਾਂ ਜ਼ਿਆਦਾਤਰ ਬੱਚੇ ਉੱਥੇ ਲਗਾਉਂਦੇ ਨੇ ਅਡਲਟ ਫਰੈਂਚਾਈਜ਼ੀ ਕਿ 18 ਸਾਲ ਤੋਂ ਉੱਪਰ ਵਾਲੇ। ਨਹੀਂ, ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਕੌਨਸਟੀਟਿਊਸ਼ਨ ਦੇ ਵਿੱਚ ਜਿਹੜੇ ਵਰਡ ਵਰਤੇ ਗਏ ਨੇ ਆਨਸਰ ਹੋਏਗਾ ਉਹ ਵਾਲਾ। ਤਾਂ ਜਿਹੜਾ ਲਾਸਟ ਜਿਹੜਾ ਇੱਕ ਤਾਂ ਰੀਸੈਂਟ ਬੇਟੇ ਹੋ ਕੇ ਹਟਿਆ ਟੀਚਰਸ ਦਾ, ਸੋਸ਼ਲ ਸਾਇੰਸ ਟੀਚਰਸ ਦਾ ਪੇਪਰ, ਇੱਕ ਉਹਦੇ ਤੋਂ ਪਹਿਲਾਂ ਹੋਇਆ ਸੀ 2017 ਵਾਲਾ। ਉਹਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਔਰ ਉਹਦੇ ਵਿੱਚ ਜ਼ਿਆਦਾਤਰ ਕਿਹਾ ਗਿਆ ਸੀਗਾ ਕਿ ਜਿਹੜੀ ਅਡਲਟ ਫਰੈਂਚਾਈਜ਼ੀ ਜਿਹੜੀ ਉਹ ਹੈ। ਨਹੀਂ, ਅਡਲਟ ਫਰੈਂਚਾਈਜ਼ੀ ਨਹੀਂ ਹੈ ਬੇਟੇ। ਆਨਸਰ ਕਰੈਕਟ ਕੀ ਹੈ? ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਮਤਲਬ ਕੀ ਹੈ? ਸਾਰਿਆਂ ਨੂੰ, ਚਾਹੇ ਕੋਈ ਅਮੀਰ ਗਰੀਬ ਹੈ, ਕਾਲਾ ਗੋਰਾ, ਬਿਮਾਰ ਹੈ, ਤੰਦਰੁਸਤ ਹੈ, ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਹੈ, ਜਾਤ ਪਾਤ, ਧਰਮ ਦਾ, ਨਸਲ ਦਾ, ਸਾਰਿਆਂ ਨੂੰ ਰਾਈਟ ਹੈ ਜਿਹੜੇ ਵੀ 18 ਸਾਲ ਤੋਂ ਉੱਪਰ ਨੇ। ਤਾਂ ਯੂਨੀਵਰਸਲ ਹੈ। ਅਡਲਟ ਹੈ ਮੀਨਸ +18, ਜਿੰਨੇ ਵੀ +18 ਸਾਲ ਦੇ ਨੇ ਉਹਨਾਂ ਸਾਰਿਆਂ ਨੂੰ ਰਾਈਟ ਟੂ ਵੋਟ ਹੈ, ਵੋਟ ਕਾਸਟ ਕਰਨ ਦਾ ਅਧਿਕਾਰ ਹੈ। ਉਹਨੂੰ ਆਪਾਂ ਬੋਲਦੇ ਹਾਂ ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਮਿਕਸਚਰ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਇੰਡੀਅਨ ਕੌਨਸਟੀਟਿਊਸ਼ਨ ਜਿਹੜੇ ਨੇ ਇਹਦੇ ਸਮ ਪਾਰਟਸ ਇੱਦਾਂ ਦੇ ਨੇ ਜਿਹੜੇ ਕਿ ਆਸਾਨੀ ਨਾਲ ਅਮੈਂਡ ਹੋ ਸਕਦੇ ਨੇ, ਔਰ ਕੁਝ ਪਾਰਟ ਇੱਦਾਂ ਦੇ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਆਪਾਂ ਆਸਾਨੀ ਨਾਲ ਅਮੈਂਡ ਨਹੀਂ ਕਰ ਸਕਦੇ। ਉਹ ਬੋਲਦੇ ਆ ਰਿਜਿਡਿਟੀ। ਫੀਚਰਸ ਦੇ ਵਿੱਚ ਆ ਜਾਂਦੇ ਨੇ ਜਿਹੜੇ ਆਸਾਨੀ ਨਾਲ ਅਮੈਂਡ ਹੋ ਸਕਦੇ ਨੇ, ਉਹਨਾਂ ਨੂੰ ਆਪਾਂ ਫਲੈਕਸੀਬਲ ਬੋਲ ਦਿੰਦੇ ਹਾਂ। ਸੋ ਇੰਡੀਅਨ ਕੌਨਸਟੀਟਿਊਸ਼ਨ ਜਿਹੜਾ ਨਾ ਉਹ ਮਿਕਸਚਰ ਹੈ ਦੋਨਾਂ ਦਾ ਬੇਟੇ, ਰਿਜਿਡਿਟੀ ਦਾ ਵੀ ਔਰ ਫਲੈਕਸੀਬਿਲਿਟੀ ਦਾ ਵੀ। ਪਾਰਟਸ ਆਫ ਕੌਨਸਟੀਟਿਊਸ਼ਨ ਦੀ ਅਗਰ ਆਪਾਂ ਗੱਲ ਕਰਦੇ ਹਾਂ ਜੀ ਬੇਟੇ, ਦੇਖੋ ਇੱਥੇ ਕਾਫੀ ਸਾਰੇ ਬੱਚੇ ਤੁਸੀਂ ਗੜਬੜੀ ਕਰ ਜਾਂਦੇ ਹੋ। ਬੱਚੇ ਦੇਖਦੇ ਨੇ ਕਿ ਸਾਡੇ ਕੌਨਸਟੀਟਿਊਸ਼ਨ ਦੇ ਪਾਰਟ ਕਿੰਨੇ ਨੇ। ਸਪੋਜ਼ ਕਰੋ ਤੁਹਾਨੂੰ ਸਿੰਪਲ ਕੁਐਸਚਨ ਪੁੱਛਿਆ ਗਿਆ ਕਿ ਕੌਨਸਟੀਟਿਊਸ਼ਨ ਦੇ ਪਾਰਟ ਕਿੰਨੇ ਨੇ, ਤਾਂ ਤੁਹਾਡਾ ਆਨਸਰ ਆ ਜਾਂਦਾ 25 ਸੌਰੀ। ਨਹੀਂ ਜੀ, 25 ਆਨਸਰ ਜਿਹੜਾ ਨਾ ਉਹ ਗਲਤ ਹੋਏਗਾ, ਸਿੱਧਾ ਹੀ ਕਹਿ ਦੇਣਾ। ਨਹੀਂ, ਕਿਉਂ? ਕਿਉਂਕਿ ਅੱਜ ਵੀ ਸਾਡੇ ਕੌਨਸਟੀਟਿਊਸ਼ਨ ਦੇ ਪਾਰਟ 22 ਹੀ ਨੇ। ਨੰਬਰਿੰਗ ਵਾਈਜ਼ ਇਹ 22 ਹੀ ਪਾਰਟ ਨੇ। ਆਨਸਰ ਵੀ ਇਹੀ ਹੋਏਗਾ ਸਾਡਾ,
ਲੇਕਿਨ ਅਗਰ ਆਪਾਂ ਕਾਊਂਟਿੰਗ ਕਰਦੇ ਹਾਂ ਤਾਂ ਫਿਰ ਇਹ 25 ਹੋ ਜਾਂਦੇ ਨੇ। ਉਹ ਕਿਵੇਂ ਬੇਟਾ, ਇੱਥੇ ਧਿਆਨ ਦਿਓ ਜ਼ਰਾ। ਦੇਖੋ ਪਾਰਟ 4 ਡੀਲ ਕਰਦਾ ਹੈ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼ ਦੇ ਨਾਲ, ਔਰ ਪਾਰਟ 4 ਇਹ ਡੀਲ ਕਰਦਾ ਹੈ ਫੰਡਾਮੈਂਟਲ ਡਿਊਟੀ ਆਫ ਸਿਟੀਜ਼ਨਸ ਦੇ ਨਾਲ। ਨੰਬਰਿੰਗ ਵਾਈਜ਼ ਜਦੋਂ ਤੁਸੀਂ ਗੱਲ ਕਰ ਰਹੇ ਹੋ 1 2 3 4 ਤਾਂ ਇਹ 4 ਵਿੱਚ ਹੀ ਆਣਗੇ ਦੋਨੋਂ। ਲੇਕਿਨ ਅਗਰ ਇਹਨਾਂ ਦੀ ਆਪਾਂ ਕਾਊਂਟਿੰਗ ਕਰਦੇ ਹਾਂ ਤਾਂ ਇਹ ਇੱਕ ਕਾਊਂਟਿੰਗ ਨੂੰ ਵਧਾ ਦਿੰਦਾ, ਇਹ 5 ਨੰਬਰ ਬਣ ਜਾਂਦੇ ਨੇ, ਠੀਕ ਹੈ ਨਾ। ਤਾਂ ਕਾਊਂਟਿੰਗ ਵਾਈਜ਼ ਜਦੋਂ ਤੁਸੀਂ ਗਿਣਤੀ ਕਰਦੇ ਹੋ 1 2 3 4 5 6 7 8 9 10 11 12 ਕਰਕੇ, ਤਾਂ ਟੋਟਲ ਇਸ ਤਰ੍ਹਾਂ ਕਾਊਂਟਿੰਗ ਵਾਈਜ਼ ਤਾਂ ਪਾਰਟ ਨੇ 25, ਲੇਕਿਨ ਨੰਬਰਿੰਗ ਵਾਈਜ਼ ਗੱਲ ਕਰਦੇ ਹਾਂ ਆਪਾਂ ਤਾਂ ਉਹ ਅੱਜ ਵੀ ਕਿੰਨੇ ਨੇ ਪਾਰਟ ਸਾਡੇ ਕੌਨਸਟੀਟਿਊਸ਼ਨ ਦੇ 22 ਹੀ ਨੇ। ਕਿਤੇ ਵੀ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਪਾਰਟ 23 ਜਿਹੜਾ ਹੈ ਉਹ ਨਹੀਂ ਲਿਖਿਆ ਹੈਗਾ। ਲਾਸਟ ਵਾਲਾ ਪਾਰਟ ਜਿਹੜਾ ਹੈ ਉਹ ਕਿਹੜਾ ਹੈ 22, ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਹ ਚੀਜ਼ ਥੋੜੀ ਕਲੀਅਰ ਹੋ ਗਈ ਹੋਏਗੀ ਕਿ ਸਾਡੇ ਕਾਊਂਟਿੰਗ ਵਾਈਜ਼ ਕਿੰਨਾ ਵੱਧ ਨੇ ਤੇ ਐਕਚੁਅਲ ਚ ਪਾਰਟ ਜਿਹੜੇ ਟੋਟਲ ਕਿੰਨੇ ਨੇ। ਦੇਖੋ ਇੱਕ ਵਾਰ ਮੇਰਾ ਐਸਐਸਸੀ ਦਾ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਮੈਨੂੰ ਇਹ ਕੁਐਸਚਨ ਕੀਤਾ ਗਿਆ ਔਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਜੀ ਇਹ 25 ਵਾਲਾ। ਤਾਂ ਬੇਟੇ ਉਹਨਾਂ ਨੇ ਸਿੰਪਲੀ ਕਹਿਤਾ ਸੀ ਕਿ ਅਸੀਂ ਤੁਹਾਡਾ ਇੰਟਰਵਿਊ ਰੋਕ ਕੇ ਹੁਣੇ ਸਿਲੈਕਸ਼ਨ ਕਰ ਦਾਂਗੇ, ਸਾਨੂੰ ਕੋਈ ਵੀ ਪਾਰਟ ਆਫਟਰ 22 ਕੋਈ ਵੀ ਪਾਰਟ ਜਿਹੜਾ ਹੈ 23 24 ਜਾਂ 25 ਉਹਦਾ ਨੰਬਰ ਔਰ ਉਹਦੇ ਪ੍ਰੋਵੀਜ਼ਨ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਹੁਣੇ ਸਿਲੈਕਟ ਕਰ ਲਵਾਂਗੇ ਜੀ। ਹੁਣ 23 ਪਾਰਟ ਕੌਨਸਟੀਟਿਊਸ਼ਨ ਦੇ ਵਿੱਚ ਹੈ ਹੀ ਕਿਤੇ ਨਹੀਂ ਜੀ, ਲਿਖਿਆ ਹੀ ਨਹੀਂ ਹੋਇਆ ਪਾਰਟ 23 ਕਿਤੇ ਵੀ। ਤਾਂ ਇਸ ਤਰੀਕੇ ਨਾਲ ਕਈ ਵਾਰ ਗੜਬੜ ਹੋ ਜਾਂਦੀ ਹੈ, ਸੋ ਇਸ ਚੀਜ਼ ਨੂੰ ਧਿਆਨ ਰੱਖਣਾ ਹੈ। ਇੱਥੇ ਸਾਡੇ ਨੇ ਕੁਝ ਇੰਪੋਰਟੈਂਟ ਪਾਰਟਸ ਜਿਨ੍ਹਾਂ ਤੋਂ ਤੁਹਾਨੂੰ ਕੁਐਸਚਨਸ ਵਗੈਰਾ ਜਨਰਲੀ ਆਉਂਦੇ ਨੇ। ਪਾਰਟ 1 ਨੇਮ ਐਂਡ ਟੈਰੀਟਰੀ ਆਫ ਇੰਡੀਆ, ਪਾਰਟ 2 ਸਿਟੀਜ਼ਨਸ਼ਿਪ, ਪਾਰਟ 3 ਫੰਡਾਮੈਂਟਲ ਰਾਈਟ ਵਿਚ ਇਜ਼ ਵੈਰੀ ਇੰਪੋਰਟੈਂਟ, ਬੜੀ ਵਾਰ ਸਵਾਲ ਆਉਂਦਾ ਇਹ ਵਾਲਾ। पार्ट 4 DPSP डायरेक्टिव प्रिंसिपल ऑफ स्टेट पॉलिसीज़ ने, और पार्ट 4 है बेटा फंडामेंटल ड्यूटीज़ ऑफ सिटीजनशिप। ਇਹ ਵਾਲਾ ਪਾਰਟ ਜਿਹੜਾ ਹੈ ਓਰੀਜਨਲੀ ਸਾਡੇ ਕੌਨਸਟੀਟਿਊਸ਼ਨ ਦਾ ਪਾਰਟ 9 ਸੀ, ਇਸ ਨੂੰ ਬਾਅਦ ਵਿੱਚ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਬਾਅਦ ਆਉਂਦਾ ਹੈ ਜੀ ਪਾਰਟ 9, ਇਹ ਵੀ ਇੰਪੋਰਟੈਂਟ ਹੈ, ਬਹੁਤ ਵਾਰ ਸਵਾਲ ਆਉਂਦਾ ਹੈ। ਪੰਚਾਇਤੀ ਰਾਜ ਐਡਡ ਬਾय 73rd ਅਮੈਂਡਮੈਂਟ ਇਨ 1992, ਸ਼ਡਿਊਲ 11 ਨਾਲ ਹੀ ਜਿਹੜਾ ਇਹਦੇ ਉਹ ਐਡ ਕੀਤਾ ਗਿਆ ਸੀ। ਪਾਰਟ 9 ਇਹ ਬੇਟਾ ਡੀਲ ਕਰਦਾ ਹੈ ਮਿਊਨਿਸਪੈਲਿਟੀਜ਼ ਦੇ ਨਾਲ, 74th ਅਮੈਂਡਮੈਂਟ 1992, ਔਰ ਸ਼ਡਿਊਲ 12 ਆਉਂਦਾ ਹੈ ਜੀ। ਪਾਰਟ 9B ਡੀਲ ਵਿਦ ਦ ਕੋਆਪਰੇਟਿਵ ਸੁਸਾਇਟੀਜ਼, ਰੀਸੈਂਟ ਤੁਹਾਡਾ ਪੇਪਰ ਹੋਣ ਜਾ ਰਿਹਾ ਹੈ, ਉਹਦੇ ਵਾਸਤੇ ਇੰਪੋਰਟੈਂਟ ਹੋ ਸਕਦਾ ਹੈ, ਧਿਆਨ ਦੇ ਵਿੱਚ ਰੱਖਣਾ ਹੈ ਜੀ। ਪਾਰਟ 15 ਦੇ ਵਿੱਚ ਨੇ ਬੇਟਾ ਇਲੈਕਸ਼ਨ ਪ੍ਰੋਵੀਜ਼ਨ। ਉਸ ਤੋਂ ਬਾਅਦ ਆਉਂਦਾ ਜੀ ਸਾਡਾ ਪਾਰਟ 18 ਐਮਰਜੈਂਸੀ ਪ੍ਰੋਵੀਜ਼ਨਸ ਦੀ ਗੱਲ ਕਰਦਾ ਹੈ, ਔਰ ਸਭ ਤੋਂ ਲਾਸਟ ਵਿੱਚ ਜਿਹੜਾ ਅੱਗੇ ਤੁਹਾਡੇ ਲਈ ਇੰਪੋਰਟੈਂਟ ਹੈ ਬੇਟਾ ਉਹ ਹੈ ਪਾਰਟ 20, ਜਿਹਦੇ ਵਿੱਚ ਕੀ ਦਿੱਤਾ ਗਿਆ ਹੈ ਅਮੈਂਡਮੈਂਟ ਪ੍ਰੋਸੈਸ, ਕੀ ਭਾਰਤੀ ਸੰਵਿਧਾਨ ਨੂੰ ਅਸੀਂ ਅਮੈਂਡ ਕਿਵੇਂ ਕਰ ਸਕਦੇ ਹਾਂ। ਸੋ ਇਟ ਇਜ਼ ਇਹ ਸਾਰੇ ਬੇਟਾ ਸੀਗੇ ਤੁਹਾਡੇ ਇੰਪੋਰਟੈਂਟ ਪਾਰਟਸ ਆਫ ਦਾ ਕੌਨਸਟੀਟਿਊਸ਼ਨ। ਨੈਕਸਟ ਜਿਹੜੇ ਨੇ ਸ਼ਡਿਊਲ ਜਿਹੜੇ ਨੇ ਕੌਨਸਟੀਟਿਊਸ਼ਨ ਦੇ ਉਹ ਵੀ ਸਾਨੂੰ ਦੇਖਣੇ ਪੈਣਗੇ ਕਿਉਂਕਿ ਸਵਾਲ ਬਣ ਜਾਂਦੇ ਨੇ ਕਈ ਵਾਰ। ਸੋ ਜਦੋਂ ਤੁਹਾਡਾ ਕੌਨਸਟੀਟਿਊਸ਼ਨ ਤਿਆਰ ਹੋਇਆ ਸੀ ਬੇਟਾ ਉਸ ਟਾਈਮ 'ਤੇ ਸੀਗੇ ਤੁਹਾਡੇ ਟੋਟਲ 8 ਸ਼ਡਿਊਲ, ਬਾਅਦ ਵਿੱਚ 4 ਸ਼ਡਿਊਲ ਇਹਦੇ ਵਿੱਚ ਹੋਰ ਜੁੜ ਗਏ ਨੇ, ਔਰ ਐਟ ਪ੍ਰੈਜ਼ੈਂਟ ਇਹ ਸ਼ਡਿਊਲ ਹੋ ਚੁੱਕੇ ਨੇ, ਉਹ ਹੋ ਚੁੱਕੇ ਨੇ ਪੂਰੇ ਬੇਟਾ 12। ਸੋ ਇਹ ਸ਼ਡਿਊਲਸ ਜਿਹੜੇ ਨੇ ਉਹਨਾਂ ਨੂੰ ਆਪਾਂ ਦੇਖਦੇ ਹਾਂ ਜਿਨ੍ਹਾਂ ਤੋਂ ਤੁਹਾਨੂੰ ਸਵਾਲ ਵਗੈਰਾ ਆ ਜਾਂਦੇ ਨੇ। ਸ਼ਡਿਊਲ ਫਸਟ ਦੀ ਆਪਾਂ ਗੱਲ ਕਰਦੇ ਹਾਂ ਜੇਕਰ, ਤਾਂ ਫਸਟ ਸ਼ਡਿਊਲ ਦੇ ਵਿੱਚ ਬੇਟਾ ਕੀ ਆਉਂਦਾ ਹੈ, ਫਸਟ ਸ਼ਡਿਊਲ ਦੇ ਵਿੱਚ ਤੁਹਾਡੇ ਤੋਂ ਜਿਹੜੇ ਨੇ ਕੁਐਸਚਨਸ ਆ ਜਾਂਦੇ ਨੇ ਜਿਹੜੇ ਜਨਰਲੀ, ਦੇਖੋ ਇਹਦੇ ਵਿੱਚ ਆਉਂਦੀਆਂ ਲਿਸਟ ਆਫ ਸਟੇਟਸ ਐਂਡ ਟੈਰੀਟਰੀ ਆਫ ਇੰਡੀਆ, ਠੀਕ ਹੈ ਜੀ। ਸੈਕੰਡ ਸ਼ਡਿਊਲ ਦੇ ਵਿੱਚ ਆਉਂਦਾ ਹੈ ਬੇਟਾ ਲਿਸਟ ਦਾ ਸੈਲਰੀ ਆਫ ਆਫੀਸ਼ੀਅਲ ਹੋਲਡਿੰਗ ਪਬਲਿਕ ਆਫਿਸ, ਪ੍ਰੈਜ਼ੀਡੈਂਟ, ਜੱਜਸ, ਕੰਟਰੋਲਰ, ਆਡੀਟਰ ਐਂਡ ਕੈਗ ਵਗੈਰਾ, ਉਹ ਸਾਰਿਆਂ ਦੀ ਆ ਜਾਂਦਾ ਹੈ। ਥਰਡ ਸ਼ਡਿਊਲ ਦੇ ਵਿੱਚ ਆਉਂਦਾ ਹੈ ਫਾਰਮ ਆਫ ਓਥ, ਕਿ ਇਹ ਜਿਹੜੇ ਜਿੰਨੇ ਵੀ ਆਫੀਸਰ ਨੇ ਜਦੋਂ ਉਹ ਆਪਣੀ ਪੋਸਟ ਨੂੰ ਹੋਲਡ ਕਰਦੇ ਨੇ ਤਾਂ ਉਹਨਾਂ ਦੀ ਓਥ ਕੀ ਹੋਏਗੀ, ਉਹ ਕਿਸ ਤਰੀਕੇ ਨਾਲ ਆਪਣੀ ਪਲੈਜ ਲੈਣਗੇ। ਫੋਰਥ ਸ਼ਡਿਊਲ ਇੰਪੋਰਟੈਂਟ ਹੈ ਬੇਟਾ ਅਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ, ਰਾਜ ਸਭਾ ਦੇ ਵਿੱਚ ਜਿਹੜੀਆਂ ਨੇ ਸੀਟਸ ਜਿਹੜੀਆਂ ਨੇ ਉਹ ਹਰ ਸਟੇਟ ਨੂੰ ਕਿਸ ਤਰੀਕੇ ਨਾਲ ਦਿੱਤੀਆਂ ਜਾਣਗੀਆਂ ਉਸ ਚੀਜ਼ ਦੇ ਬਾਰੇ ਇਹਦੇ ਵਿੱਚ ਪ੍ਰੋਵੀਜ਼ਨ ਕੀਤੇ ਗਏ ਨੇ। 7th ਸ਼ਡਿਊਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬੜੀ ਵਾਰ ਪੁੱਛਿਆ ਜਾਂਦਾ ਹੈ ਕਿ 7th ਸ਼ਡਿਊਲ ਜਿਹੜਾ ਹੈ ਉਹਦੇ ਵਿੱਚ ਕੀ ਚੀਜ਼ ਆਉਂਦੀਆਂ ਨੇ। ਦੇਖੋ ਯੂਨੀਅਨ ਲਿਸਟ, ਸਟੇਟ ਲਿਸਟ ਔਰ ਕਨਕਰੈਂਟ ਲਿਸਟ, ਇਹ ਸਾਰੀਆਂ ਇਹਦੇ ਵਿੱਚ ਦਿੱਤੀਆਂ ਗਈਆਂ ਨੇ। ਕੀ ਨੇ ਇਹ, ਹੈ ਕਿ ਬੇਸਿਕਲੀ ਪਾਵਰ ਦੀ ਡਿਵੀਜ਼ਨ ਕੀਤੀ ਗਈ ਹੈ ਬੇਟਾ। ਸਟੇਟਸ ਨੂੰ ਜਿਹੜੀਆਂ ਨੇ ਕੀ ਰਾਈਟਸ ਹੋਣਗੇ ਜਾਂ ਸਟੇਟ ਕਿਹੜੇ ਕਿਹੜੇ ਸਬਜੈਕਟਸ ਦੇ ਉੱਪਰ ਲਾਅ ਫਾਰਮ ਕਰ ਸਕਦੀ ਹੈ ਇਹਦੇ ਵਿੱਚ ਦਿੱਤੇ ਗਏ ਨੇ। ਯੂਨੀਅਨ ਦੇ ਵਿੱਚ ਦਿੱਤੇ ਗਏ ਨੇ ਕਿ ਯੂਨੀਅਨ ਕਿੰਨਾ ਸਬਜੈਕਟਸ ਦੇ ਉੱਪਰ ਲਾਅ ਫਾਰਮ ਕਰ ਸਕਦੀ ਹੈ, ਔਰ ਜਿਹੜੇ ਦੋਨੋਂ ਲਿਸਟਾਂ ਵਿੱਚ ਨਹੀਂ ਦਿੱਤੇ ਗਏ ਉਹਨਾਂ ਨੂੰ ਅੱਗੇ ਕਹਿ ਦਿੰਦੇ ਨੇ ਕਨਕਰੈਂਟ ਲਿਸਟ, ਜਿਨ੍ਹਾਂ 'ਤੇ ਦੋਨੋਂ ਹੀ ਆਪੋ ਆਪਣੇ ਲਾਅ ਬਣਾ ਸਕਦੇ ਨੇ, ਲੇਕਿਨ ਅਗਰ ਕੋਈ ਕਨਫਲਿਕਟ ਪੈਦਾ ਹੁੰਦਾ ਹੈ ਤਾਂ ਯੂਨੀਅਨ ਦੇ ਲਾਅ ਨੂੰ ਪ੍ਰੀਵੇਲ ਕੀਤਾ ਜਾਏਗਾ। ਨੈਕਸਟ ਬੇਟਾ ਆਉਂਦਾ ਹੈ ਸ਼ਡਿਊਲ 8, ਜਿਹਦੇ ਵਿੱਚ ਦਿੱਤੀਆਂ ਗਈਆਂ ਨੇ ਲੈਂਗੁਏਜਸ, ਟੋਟਲ 22 ਲੈਂਗੁਏਜਸ ਨੇ ਜਿਹੜੀਆਂ ਆਪਣੀਆਂ ਉਹ ਰੱਖੀਆਂ ਹੋਈਆਂ ਨੇ। 9th ਸ਼ਡਿਊਲ ਵੈਲੀਡੇਸ਼ਨ ਐਂਡ ਡੀਵੈਲੀਡੇਸ਼ਨ ਆਫ ਸਰਟਨ ਐਕਟਸ ਐਂਡ ਰੈਗੂਲੇਸ਼ਨਸ, ਇਹਦੇ ਵਿੱਚ ਆਉਂਦੇ ਨੇ ਜੀ। ਉਸ ਤੋਂ ਬਾਅਦ ਬੇਟਾ ਆਉਂਦਾ ਹੈ 10th ਸ਼ਡਿਊਲ। 10th ਸ਼ਡਿਊਲ ਦੇ ਵਿੱਚ ਜਿਹੜਾ ਹੈ ਨਾ ਉਹ ਬੇਟੇ ਆਉਂਦਾ ਹੈ ਐਂਟੀ ਡਿਫੈਕਸ਼ਨ ਲਾਅ।
ਐਂਟੀ ਡਿਫੈਕਸ਼ਨ ਲਾਅ ਕਿਹੜਾ ਹੈ ਜੀ ਬੇਟੇ, ਇੱਕ ਪ੍ਰੋਬਲਮ ਚੱਲਦੀ ਸੀਗੀ 1985 ਤੋਂ ਪਹਿਲਾਂ ਕਿ ਐਮਪੀਜ਼ ਔਰ ਐਮਐਲਏਜ਼ ਜਿਹੜੇ ਹੁੰਦੇ ਸੀ ਨਾ, ਵੋਟ ਜਿਹੜੀ ਹੈ ਲੈ ਕੇ ਜਦੋਂ ਉਹ ਬਣ ਜਾਂਦੇ ਸੀਗੇ, ਮੈਂਬਰ ਬਣ ਜਾਂਦੇ ਸੀ ਹਾਊਸ ਦੇ, ਤਾਂ ਹਾਊਸ ਵਿੱਚ ਜਾ ਕੇ ਜਿਹੜੀ ਪਾਰਟੀ ਦੀ ਟਿਕਟ ਤੋਂ ਉਹਨਾਂ ਨੇ ਇਲੈਕਸ਼ਨ ਲੜਿਆ ਹੁੰਦਾ ਸੀ, ਉਸ ਪਾਰਟੀ ਨੂੰ ਉਹ ਆਪਣੀ ਸਹਿਮਤੀ ਜਾਂ ਬਹੁਮਤ ਨਹੀਂ ਸੀ ਦਿੰਦੇ, ਉਹ ਕਿਸੇ ਦੂਜੀ ਪਾਰਟੀ ਕੋਲ ਚਲ ਜਾਂਦੇ ਸੀ। ਫਿਰ ਕੋਈ ਦੂਜੀ ਪਾਰਟੀ ਉਹਨਾਂ ਨੂੰ ਪੈਸੇ ਦਿੰਦੀ ਸੀ ਤਾਂ ਉਹ ਦੂਸਰੀ ਪਾਰਟੀ ਦੇ ਨਾਲ ਜੁੜ ਜਾਂਦੇ ਸੀ। ਸੋ ਇਸ ਤਰੀਕੇ ਨਾਲ ਨਾ ਗਵਰਨਮੈਂਟ ਦੀ ਸਟੇਬਿਲਿਟੀ ਜਿਹੜੀ ਉਹ ਖਤਮ ਹੋ ਗਈ। ਇਸ ਚੀਜ਼ ਨੂੰ ਰੋਕਣ ਦੇ ਲਈ ਜਿਹੜਾ ਇੱਕ ਕਾਨੂੰਨ ਲੈ ਕੇ ਆਂਦਾ ਗਿਆ 1985 ਦੇ ਵਿੱਚ ਬੇਟੇ, ਜਿਹਨੂੰ ਬੋਲਿਆ ਜਾਂਦਾ ਹੈ ਐਂਟੀ ਡਿਫੈਕਸ਼ਨ ਲਾਅ। ਇਹਦੇ ਨਾਲ ਕੀ ਹੈ ਕਿ ਮੈਂਬਰ ਆਫ ਪਾਰਲੀਮੈਂਟ ਐਂਡ ਦਾ ਮੈਂਬਰ ਆਫ ਸਟੇਟ ਲੈਜਿਸਲੇਚਰ ਜਿਹੜੇ ਨੇ, ਉਹ ਹੁਣ ਜਿਸ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਜਿੱਤ ਕੇ ਮੈਂਬਰ ਬਣੇ ਨੇ ਹਾਊਸ ਵਿੱਚ, ਉਹਨਾਂ ਨੂੰ ਆਪਣੀ ਜਿਹੜੀ ਹੈ ਬਹੁਮਤ ਜਾਂ ਆਪਣੀ ਸਹਿਮਤੀ ਵੀ ਉਸੇ ਪਾਰਟੀ ਨੂੰ ਦੇਣੀ ਪਏਗੀ। ਅਗਰ ਉਹ ਆਪਣੀ ਜਿਹੜੀ ਹੈ ਸਪੋਰਟ ਚੇਂਜ ਕਰ ਲੈਂਦੇ ਨੇ, ਕਿਸੇ ਦੂਜੀ ਪਾਰਟੀ ਨੂੰ ਦਿੰਦੇ ਨੇ, ਤਾਂ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਹੋ ਜਾਏਗੀ, ਰਾਈਟ। ਉਸ ਤੋਂ ਬਾਅਦ ਬੇਟਾ ਸ਼ਡਿਊਲ 11th ਔਰ ਸ਼ਡਿਊਲ 12 ਪੰਚਾਇਤੀ ਰਾਜ ਔਰ ਮਿਊਨਿਸਪੈਲਿਟੀਜ਼, ਇਹਨਾਂ ਦੇ ਨਾਲ ਰਿਲੇਟ ਕਰਦੇ ਨੇ ਜੀ। ਇਹ ਦੋਨੋਂ ਆਪਾਂ ਹੁਣੇ ਪਿੱਛੇ ਪੜ੍ਹ ਚੁੱਕੇ ਹਾਂ। 1992 ਦੇ ਵਿੱਚ 73rd ਐਂਡ 74th ਅਮੈਂਡਮੈਂਟ ਦੇ ਨਾਲ ਇਹਨਾਂ ਨੂੰ ਜਿਹੜਾ ਉਹ ਐਡ ਕੀਤਾ ਗਿਆ ਸੀਗਾ। ਇਹ ਬੇਟੇ ਇੰਪੋਰਟੈਂਟ ਸ਼ਡਿਊਲ ਨੇ ਤੁਹਾਡੇ ਕੌਨਸਟੀਟਿਊਸ਼ਨ ਦੇ, ਯਾਦ ਰੱਖਣਾ ਇਹਨਾਂ ਨੂੰ ਤੁਸੀਂ, ਇਹਨਾਂ ਤੋਂ ਤੁਹਾਨੂੰ ਸਵਾਲ ਜਿਹੜੇ ਨੇ ਉਹ ਆ ਸਕਦੇ ਨੇ। ਸੋ ਥੈਂਕ ਯੂ ਬੇਟਾ, ਇਹ ਸੀਗਾ ਆਪਣਾ ਫਸਟ ਲੈਕਚਰ। ਆਈ ਹੋਪ ਕਿ ਤੁਹਾਨੂੰ ਕਾਫੀ ਚੀਜ਼ਾਂ ਪਸੰਦ ਆਈਆਂ ਹੋਣਗੀਆਂ। ਅਗਰ ਬੇਟੇ ਤੁਹਾਨੂੰ ਸਾਡੇ ਐਫਰਟਸ ਚੰਗੇ ਲੱਗ ਰਹੇ ਨੇ ਔਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸੇ ਤਰੀਕੇ ਨਾਲ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਸਬਜੈਕਟਸ ਕਵਰ ਕਰੀਏ, ਦੈਨ ਪਲੀਜ਼ ਸਾਡੇ ਜਿਹੜੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਆਪਣੇ ਬਾਕੀ ਸਾਥੀਆਂ ਨਾਲ ਵੀ ਸ਼ੇਅਰ ਕਰੋ। ਐਂਡ ਬਹੁਤ ਹੀ ਜਲਦ ਜਿਹੜਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਦੱਸ ਚੁੱਕਿਆ ਬੇਟੇ, ਅਸੀਂ ਰੀਜ਼ਨਿੰਗ ਔਰ ਮੈਥਸ ਦੀਆਂ ਜਿਹੜੀਆਂ ਆਨਲਾਈਨ ਕਲਾਸਿਸ ਫ੍ਰੀ ਆਫ ਕਾਸਟ ਜਿਹੜੀਆਂ ਤੁਹਾਡੇ ਲਈ ਉਹ ਇੰਟਰੋਡਿਊਸ ਕਰਨ ਜਾ ਰਹੇ ਹਾਂ। ਸਟੇ ਟਿਊਨ ਵਿਦ ਅਸ, ਤਦ ਤੱਕ ਲਈ ਸਾਡੇ ਨਾਲ ਬਣੇ ਰਹੋ ਔਰ ਬਹੁਤ ਹੀ ਜਲਦ ਤੁਹਾਡਾ ਜਿਹੜਾ ਉਹ ਕੋਰਸ ਸਟਾਰਟ ਹੋ ਜਾਏਗਾ। ਥੈਂਕ ਯੂ ਬੇਟਾ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।